सत श्री अकाल जी सारिਆਂ ਨੂੰ। ਅੱਜ ਮੈਨੂੰ ਮੇਰੀ ਮੰਮੀ ਨੇ ਕਿਹਾ ਕਿ ਜਿਹੜੀ ਕੁੜੀ ਤੇਰੇ ਤੋਂ ਅੱਗੇ ਵਾਲੀ ਕਲਾਸ 'ਚ ਪੜ੍ਹਦੀ ਆ, ਜੋ ਕਿ ਤੇਰੇ ਪਾਪਾ ਦੀ ਭੈਣ ਬਣੀ ਹੋਈ ਆ, ਉਸ ਨੂੰ ਤੂੰ ਜੋ ਮੈਂ ਕਹੂੰਗੀ ਉਹ ਗੱਲ ਪੁੱਛਣੀ ਆ। ਮੈਂ 9ਵੀਂ ਕਲਾਸ 'ਚ ਪੜ੍ਹਦੀ ਸੀ ਤੇ ਉਹ ਕੁੜੀ ਵੀ ਸਾਡੇ ਹੀ ਪਿੰਡ ਦੀ ਸੀ। ਮੇਰੇ ਪਾਪਾ ਦੀ ਮੂੰਹ ਬੋਲੀ ਭੈਣ ਬਣੀ ਹੋਈ ਸੀ। ਘਰ ਤੋਂ ਥੋੜੀ ਗਰੀਬ ਸੀ। ਸਾਡੇ ਘਰ ਵੀ ਉਹਨਾਂ ਦੀ ਕਾਫੀ ਆਉਣੀ ਜਾਣੀ ਸੀ ਤੇ ਉਹ ਵੀ ਮੇਰੇ ਹੀ ਸਕੂਲ ਵਿੱਚ 11ਵੀਂ ਕਲਾਸ 'ਚ ਪੜ੍ਹਦੀ ਸੀ। ਮੈਨੂੰ ਅੱਜ ਜੋ ਮੰਮੀ ਨੇ ਕਿਹਾ ਮੇਰਾ ਸੁਣ ਕੇ ਖੂਨ ਖੌਲ ਗਿਆ। ਮੰਮੀ ਨੇ ਕਿਹਾ ਕਿ ਮੈਂ ਉਸ ਨੂੰ ਪੁੱਛਾਂ ਕਿ ਮੇਰਾ ਪਾਪਾ ਨਾਲ ਤੇਰਾ ਕੀ ਰਿਸ਼ਤਾ। ਪਹਿਲਾਂ ਤਾਂ ਮੈਨੂੰ ਕੁਝ ਸਮਝ ਨਹੀਂ ਲੱਗੀ। ਫਿਰ ਮੇਰੀ ਮੰਮੀ ਨੇ ਕਿਹਾ ਕਿ ਉਸ ਨੂੰ ਕਹਿ ਭੈਣ ਭਰਾ ਦੇ ਰਿਸ਼ਤੇ ਨੂੰ ਬਦਨਾਮ ਨਾ ਕਰ। ਫਿਰ ਮੈਨੂੰ ਕੁਝ ਕੁ ਗੱਲਾਂ ਤਾਂ ਸਮਝ ਆ ਗਈਆਂ। ਮੈਂ ਉਸ ਨੂੰ ਅੱਜ ਸਕੂਲ ਵਿੱਚ ਇੱਦਾਂ ਹੀ ਪੁੱਛਿਆ ਤੇ ਉਹ ਬਹੁਤ ਗੁੱਸੇ 'ਚ ਮੈਨੂੰ ਕਹਿੰਦੀ ਕਿ ਆਪਣੇ ਪਾਪਾ ਨੂੰ ਘਰ ਜਾ ਕੇ ਪੁੱਛ ਲਵੀਂ। ਤੇ ਫਿਰ ਮੈਂ ਉਸ ਨੂੰ ਬੁਲਾਉਣਾ ਛੱਡ ਦਿੱਤਾ ਤੇ ਮੈਨੂੰ ਹੁਣ ਸਭ ਗੱਲਾਂ ਸਮਝ ਆਉਣ ਲੱਗ ਗਈਆਂ। ਦਰਅਸਲ ਉਹ ਮੇਰੇ ਪਾਪਾ ਨਾਲ ਹੋਰ ਹੀ ਕੰਮ ਕਰੀ ਜਾ ਰਹੀ ਸੀ। ਮੇਰੇ ਪਾਪਾ ਨੇ ਮੈਨੂੰ ਕਈ ਵਾਰ ਇੱਕ ਪੇਪਰ ਫੋਲਡ ਕੀਤਾ ਹੋਇਆ ਉਸ ਨੂੰ ਫੜਾਉਣ ਲਈ ਕਿਹਾ ਸੀ। ਮੈਂ ਬੱਚੀ ਸੀ, ਇੰਨੀ ਸਮਝਦਾਰ ਨਹੀਂ ਸੀ ਕਿ ਇਹੋ ਕੋਈ ਲਵ ਲੈਟਰ ਵੀ ਹੋ ਸਕਦਾ। ਤੇ ਉਸ ਦਿਨ ਮੰਮੀ ਦੀ ਗੱਲ ਸੁਣਨ ਤੋਂ ਬਾਅਦ ਹੁਣ ਸਭ ਗੱਲ ਸਾਫ਼ ਹੋ ਚੁੱਕੀ ਸੀ। ਕਹਿਣ ਨੂੰ ਤਾਂ ਉਹ ਹਰ ਸਾਲ ਮੇਰੇ ਪਾਪਾ ਦੇ ਰੱਖੜੀ ਬੰਨ੍ਹਦੀ ਸੀ, ਪਰ ਉਸ ਨਾਲ ਮੇਰੇ ਪਾਪਾ ਦੇ ਨਜਾਇਜ਼ ਸੰਬੰਧ ਸੀ। ਇਸ ਮੰਮੀ ਦੀ ਗੱਲ ਤੋਂ ਬਾਅਦ ਮੇਰੇ ਪਾਪਾ ਨੇ ਮੈਨੂੰ ਉਸ ਕੋਲੋਂ ਮਾफ़ੀ ਮੰਗਵਾਉਣ ਨੂੰ ਕਿਹਾ, ਪਰ ਮੈਂ ਕੁਝ ਨਾ ਬੋਲੀ ਤੇ ਉੱਦਾਂ ਹੀ ਗੁੱਸੇ 'ਚ ਰਹੀ। ਫਿਰ ਉਸ ਕੁੜੀ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਹੈਗੀ, ਤੂੰ ਲੋਕਾਂ ਦੀਆਂ ਗੱਲਾਂ 'ਚ ਨਾ ਆ। ਫਿਰ ਇਹੋ ਗੱਲ ਜਦੋਂ ਮੈਂ ਆਪਣੀਆਂ ਸਹੇਲੀਆਂ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਮੈਨੂੰ ਬਹੁਤ ਕੁਝ ਦੱਸਿਆ। ਇੱਕ ਉਸ ਕੁੜੀ ਦੀ ਕਲਾਸ ਦੀ ਕੁੜੀ ਸੀ, ਮੇਰੀ ਸਹੇਲੀ ਸੀ। ਉਸਨੇ ਮੈਨੂੰ ਦੱਸਿਆ ਕਿ ਤੇਰੇ ਪਾਪਾ ਤੇ ਉਸ ਕੁੜੀ ਦਾ ਅਫੇਅਰ ਚੱਲ ਰਿਹਾ ਤੇ ਇਹੋ ਗੱਲ ਪੂਰੇ ਪਿੰਡ ਨੂੰ ਪਤਾ। ਮੈਨੂੰ ਤਾਂ 9ਵੀਂ ਕਲਾਸ 'ਚ ਇਹੋ ਸਭ ਪਤਾ ਹੀ ਨਹੀਂ ਹੁੰਦਾ ਸੀ ਕਿ ਪਿਆਰ ਵਿਆਰ ਕਿਹੜੀ ਸ਼ੈ ਆ। ਬਸ ਆਪਣੀ ਪੜ੍ਹਾਈ 'ਚ ਹਮੇਸ਼ਾ ਗਵਾਚੀ ਰਹਿਣ ਵਾਲੀ ਮੈਂ, ਜੋ ਇੱਕ ਕਿਤਾਬੀ ਕੀੜਾ ਸੀ, ਉਸ ਨੂੰ ਅੱਜ ਇੱਕ ਅਜੀਬ ਜਿਹੇ ਦਰਦ ਨੇ ਘੇਰ ਲਿਆ ਸੀ। ਅੱਜ ਮੈਨੂੰ ਆਪਣੀ ਮੰਮੀ ਦੇ ਬਿਮਾਰ ਹੋਣ ਦਾ ਅਸਲ ਕਾਰਨ ਪਤਾ ਲੱਗਾ ਸੀ। ਮੇਰੀ ਮੰਮੀ, ਜਿਸ ਦੀ ਪੂਰਾ ਪਿੰਡ ਇੱਜ਼ਤ ਕਰਦਾ ਸੀ ਤੇ ਸਭ ਇਹੋ ਕਹਿੰਦੇ ਸੀ ਕਿ ਇਹ ਤਾਂ ਕੋਈ ਰੱਬੀ ਰੂਹ ਆ। ਮੇਰੀ ਮੰਮੀ ਸਵੇਰੇ ਤੜਕੇ ਗੁਰੂ ਘਰ ਜਾ ਕੇ ਨਿਤਨੇਮ ਕਰਦੇ ਤੇ ਸਭ ਨਾਲ ਬਹੁਤ ਪਿਆਰ ਨਾਲ ਗੱਲ ਕਰਦੇ, ਹਮੇਸ਼ਾ ਗੁਰੂਆਂ ਦੀਆਂ ਗੱਲਾਂ ਕਰਦੇ ਰਹਿੰਦੇ। ਮੇਰੀ ਮੰਮੀ ਦਾ ਸੁਭਾਅ ਬਹੁਤ ਚੰਗਾ ਹੈ ਤੇ ਉਹਨਾਂ ਨੇ ਕਦੇ ਵੀ ਕਿਸੇ ਬਾਰੇ ਬੁਰਾ ਨਹੀਂ ਸੋਚਿਆ। ਅੱਜ ਉਹਨਾਂ ਨੂੰ ਟਾਈਫਾਇਡ ਹੋ ਗਿਆ। ਬਿਮਾਰ ਰਹਿਣ ਕਰਕੇ ਮੈਂ ਆਪਣੀ ਮੰਮੀ ਨੂੰ ਬਹੁਤ ਰੋਂਦੇ ਹੋਏ ਦੇਖਿਆ। ਜਦੋਂ ਕਦੀ ਉਹ ਰਸੋਈ 'ਚ ਕੋਈ ਕੰਮ ਕਰਦੇ ਤਾਂ ਕੰਮ ਕਰਦੇ ਕਰਦੇ ਪਤਾ ਨਹੀਂ ਕੀ ਬੜਬੜਾਉਂਦੇ ਰਹਿੰਦੇ। ਮੈਂ ਹੁਣ ਇਹੋ ਟੈਨਸ਼ਨ ਲੈ ਰਹਿਣ ਲੱਗੀ ਮੇਰੇ ਮੰਮੀ ਕਿਤੇ ਆਪਣਾ ਦਿਮਾਗੀ ਸੰਤੁਲਨ ਨਾ ਗਵਾ ਬੈਠਣ। ਉਧਰ ਮੇਰੇ ਪਾਪਾ ਹਮੇਸ਼ਾ ਝੂਠੀਆਂ ਸੌਹਾਂ ਖਾਂਦੇ ਰਹਿੰਦੇ ਕਿ ਮੇਰਾ ਉਸ ਕੁੜੀ ਨਾਲ ਕੋਈ ਇੱਦਾਂ ਦਾ ਰਿਸ਼ਤਾ ਨਹੀਂ, ਪਰ ਸਭ ਲੋਕੀ ਤਾਂ ਇਹੋ ਹੀ ਕਹਿੰਦੇ ਸੀ ਕਿ ਉਹਨਾਂ 'ਚ ਭੈਣ ਭਰਾ ਵਾਲਾ ਕੋਈ ਹੋਰ ਰਿਸ਼ਤਾ ਹੈ। ਮੇਰੇ ਪਾਪਾ ਸਰਕਾਰੀ ਨੌਕਰੀ ਕਰਦੇ ਸੀ ਤੇ ਸਾਡੀ ਇੱਕ ਦੁਕਾਨ ਸੀ ਜਿਸ ਵਿੱਚ ਐਸਟੀਡੀ ਹੁੰਦੀ ਸੀ ਤੇ ਮਨਿਆਰੀ ਦਾ ਸਮਾਨ ਸੀ। ਪੈਸੇ ਪੱਖੋਂ ਅਸੀਂ ਬਹੁਤ ਵਧੀਆ ਸੀ ਤੇ ਉਹ ਕੁੜੀ ਇੱਕ ਗਰੀਬ ਮਜ਼ਦੂਰ ਦੀ ਧੀ ਸੀ। ਪਰ ਉਸਨੇ ਵੀ ਇੱਕ ਵਾਰੀ ਇਹੋ ਨਹੀਂ ਸੋਚਿਆ ਕਿ ਉਹ ਕਿਸੇ ਦਾ ਹੱਸਦਾ ਵਸਦਾ ਘਰ ਉਜਾੜ ਰਹੀ ਆ। ਉਸ ਨੂੰ ਮੇਰੇ ਪਾਪਾ ਨੇ ਨਿੱਤ ਨਵੀਆਂ ਚੀਜ਼ਾਂ, ਕਦੀ ਸੂਟ, ਕਦੀ ਜੁੱਤੀ, ਕਦੀ ਕੁਝ ਲੈ ਕੇ ਦੇਣਾ। ਇੱਥੋਂ ਤੱਕ ਕਿ ਉਹਨਾਂ ਦੇ ਸਿਰਫ ਇੱਕ ਕਮਰਾ ਸੀ, ਕੱਚਾ ਜਿਹਾ। ਅੱਜ ਉਹਨਾਂ ਨੇ ਹੁਣ ਬਹੁਤ ਵਧੀਆ ਘਰ ਪੱਕਾ ਬਣਾ ਲਿਆ ਸੀ। ਉਸ ਦੀ ਮਾਂ ਵੀ ਬਹੁਤ ਚਲਾਕ ਸੀ। ਸਾਨੂੰ ਤਾਂ ਹੁਣ ਇਹੋ ਲੱਗਣ ਲੱਗ ਗਿਆ ਕਿ ਉਸ ਦੀ ਮਾਂ ਵੀ ਉਸ ਨਾਲ ਮਿਲੀ ਹੋਈ ਆ, ਜਿਸ ਨੂੰ ਇੰਨੀਆਂ ਮਹਿੰਗੀਆਂ ਚੀਜ਼ਾਂ ਆਪਣੀ ਕੁੜੀ ਵੱਲੋਂ ਲਈਆਂ ਹੋਈਆਂ ਦਿਖਾਈ ਨਹੀਂ ਦਿੰਦੀਆਂ। ਫਿਰ ਮੇਰੀ ਮੰਮੀ ਨੇ ਇੱਕ ਦਿਨ ਮੈਨੂੰ ਕਿਹਾ ਕਿ ਤੇਰੇ ਪਾਪਾ ਜੇਕਰ ਹੁਣ ਤੈਨੂੰ ਕੋਈ ਵੀ ਲੈਟਰ ਫੜਾਉਣਗੇ ਕਿ ਜਾ ਕੇ ਉਸ ਕੁੜੀ ਨੂੰ ਦੇ ਦੇ, ਜਾਂ ਫਿਰ ਉਹ ਕੁੜੀ ਤੈਨੂੰ ਕੋਈ ਲੈਟਰ ਦੇਵੇਗੀ ਆਪਣੇ ਪਾਪਾ ਨੂੰ ਦੇ ਦੇਵੀਂ, ਤਾਂ ਤੁਸੀਂ ਤਿੰਨੋਂ ਭੈਣ ਭਰਾਵਾਂ ਨੇ ਉਹ ਮੈਨੂੰ ਆ ਕੇ ਦੇਣਾ। ਇਹੋ ਚਿੱਠੀ ਦਾ ਸਿਲਸਿਲਾ ਮੈਂ ਇਕੱਲੀ ਨਹੀਂ ਸੀ ਕਰਦੀ, ਇਸ ਵਿੱਚ ਮੇਰੇ ਛੋਟੇ ਭਰਾ ਵੀ ਸ਼ਾਮਲ ਸੀ, ਜੋ ਕਿ ਵਾਰੀ ਹੁੰਦਾ ਸੀ। ਅਸੀਂ ਕਿੱਥੇ ਹਜੇ ਛੋਟੇ ਬੱਚੇ ਸੀ। ਸਭ ਸਾਨੂੰ ਤਾਂ ਬਸ ਉਸ ਦੇ ਘਰ ਕੋਲ ਜਾ ਕੇ ਉਹ ਕਾਗਜ਼ ਫੜਾਇਆ ਜਾਂਦਾ ਸੀ ਤੇ ਬਸ ਇੰਨਾ ਕਿਹਾ ਜਾਂਦਾ ਸੀ ਕਿ ਆਪਣੀ ਭੂਆ ਨੂੰ ਦੇ ਦੇਣਾ। ਅਸੀਂ ਤਾਂ ਉਸ ਕੁੜੀ ਨੂੰ ਆਪਣੀ ਭੂਆ ਹੀ ਮੰਨਦੇ ਸੀ। ਸਾਨੂੰ ਤਾਂ ਬਸ ਇਹੋ ਲੱਗਦਾ ਸੀ ਕਿ ਗਰੀਬ ਹੋਣ ਕਰਕੇ ਮੇਰੇ ਪਾਪਾ ਉਹਨਾਂ ਦੀ ਮਦਦ ਕਰ ਦਿੰਦੇ ਹੋਣਗੇ ਤੇ ਇਸ ਕਰਕੇ ਹੀ ਉਸ ਕੁੜੀ ਨੇ ਮੇਰੇ ਪਾਪਾ ਨੂੰ ਆਪਣਾ ਭਰਾ ਬਣਾ ਲਿਆ ਹੋਊਗਾ। ਹੁਣ ਅਸੀਂ ਮੰਮੀ ਦੇ ਕਹੇ ਤੇ ਉਹ ਸਭ ਚਿੱਠੀਆਂ ਮੰਮੀ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੇਰੀ ਮੰਮੀ ਕੋਲ ਕਾਫੀ ਸਬੂਤ ਜਮ੍ਹਾਂ ਹੋ ਗਏ ਸੀ। ਪਰ ਅਸੀਂ ਬੱਚੇ ਹੋਣ ਕਰਕੇ ਸਭ ਕਰ ਰਹੇ ਸੀ, ਪਰ ਖੇਲ ਕੁੱਦਣ 'ਚ ਸਭ ਭੁੱਲ ਜਾਂਦੇ ਸੀ
ਕਿ ਘਰ 'ਚ ਕੀ ਚੱਲ ਰਿਹਾ। ਮੇਰੀ ਮੰਮੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਗਈ। ਮੇਰੇ ਪਾਪਾ ਟਾਈਫਾਈਡ ਦੀ ਦਵਾਈ ਲੈ ਕੇ ਤਾਂ ਦੇ ਰਹੇ ਸੀ। ਮੇਰੀ ਮੰਮੀ ਨੂੰ ਵੀ ਕੋਈ ਫਰਕ ਨਹੀਂ ਪੈ ਰਿਹਾ ਸੀ। ਅਸੀਂ ਵੀ ਸਭ ਭੁੱਲ ਗਏ ਸੀ ਕਿ ਕੀ ਹੋਇਆ। ਹੁਣ ਮੰਮੀ ਬਿਮਾਰ ਰਹਿਣ ਕਰਕੇ ਘਰ ਦਾ ਕੰਮ ਵੀ ਮੇਰੇ ਸਿਰ ਉੱਤੇ ਆ ਗਿਆ ਸੀ। ਹੌਲੀ-ਹੌਲੀ ਟਾਈਮ ਲੰਘਣ ਲੱਗ ਗਿਆ। ਮੇਰੀ ਮੰਮੀ ਨੇ ਉਹ ਸਭ ਚਿੱਠੀਆਂ ਉਸ ਕੁੜੀ ਦੀ ਮੰਮੀ ਨੂੰ ਫੜਾ ਦਿੱਤੀਆਂ। ਜਦੋਂ ਉਸ ਦੀ ਮੰਮੀ ਨੂੰ ਇਹ ਸਭ ਪਤਾ ਲੱਗਾ ਤਾਂ ਉਸ ਕੁੜੀ ਨੂੰ ਬਹੁਤ ਕੁੱਟ ਪਈ ਤੇ ਉਹਨਾਂ ਦਾ ਸਾਡੇ ਘਰ ਆਉਣਾ ਜਾਣਾ ਬੰਦ ਹੋ ਗਿਆ, ਕਿਉਂਕਿ ਇਹੋ ਜਿਹੀ ਗੱਲ ਸਾਰੇ ਪਿੰਡ ਨੂੰ ਪਤਾ ਲੱਗ ਗਈ ਸੀ। ਤਾਂ ਉਸ ਕੁੜੀ ਦੀ ਮੰਮੀ ਨੇ ਉਸ ਕੁੜੀ ਦਾ ਵਿਆਹ ਕੀਤੇ ਦੂਰ ਹੋਰ ਸ਼ਹਿਰ 'ਚ ਕਰ ਦਿੱਤਾ। ਮੇਰੇ ਪਾਪਾ ਨੇ ਮੇਰੀ ਮੰਮੀ ਕੋਲੋਂ ਬਹੁਤ ਮਾफ़ੀ ਮੰਗੀ। ਮੇਰੀ ਮੰਮੀ ਨੇ ਉਹਨਾਂ ਨੂੰ ਮਾफ़ ਕਰ ਦਿੱਤਾ ਤੇ ਅੱਗੇ ਤੋਂ ਇਦਾਂ ਦੀ ਗਲਤੀ ਕਰਨ ਤੋਂ ਵੀ ਰੋਕਿਆ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਮੇਰੀ ਮੰਮੀ ਦਾ ਟਾਈਫਾਈਡ ਵਿਗੜ ਕੇ ਗਠੀਆ ਬਣ ਗਿਆ ਸੀ ਤੇ ਮੇਰੀ ਮੰਮੀ ਤੋਂ ਹੁਣ ਕੋਈ ਕੰਮ ਨਹੀਂ ਹੁੰਦਾ ਸੀ। ਘਰ ਦਾ ਸਾਰਾ ਕੰਮ, ਰੋਟੀ ਤੋਂ ਲੈ ਕੇ ਸਾਫ਼ ਸਫਾਈ, ਕੱਪੜੇ ਧੋਣੇ, ਸਭ ਮੇਰੇ ਤੇ ਆ ਗਿਆ ਸੀ। ਮੈਂ ਹਜੇ 10ਵੀਂ ਕਲਾਸ 'ਚ ਹੋਈ ਸੀ। ਮੈਨੂੰ ਹੀ ਪਤਾ ਸੀ ਮੈਂ ਆਪਣੀ ਪੜ੍ਹਾਈ ਕਿੱਦਾਂ ਕਰਦੀ। ਤੇ ਉਧਰੋਂ ਮੈਨੂੰ ਉਸ ਕੁੜੀ ਦੇ ਭਰਾ ਨੇ ਰਸਤੇ 'ਚ ਸਕੂਲ ਤੋਂ ਆਉਂਦੇ ਨੇ ਕਿਹਾ ਕਿ ਮੈਂ ਤੈਨੂੰ ਇੱਕ ਗੱਲ ਕਹਿਣੀ ਆ, ਤੂੰ ਗੁੱਸਾ ਨਾ ਕਰੀ। ਤੇਰੇ ਪਾਪਾ ਨੇ ਮੇਰੀ ਭੈਣ ਨਾਲ ਚੰਗੀ ਨਹੀਂ ਕੀਤੀ। ਮੈਂ ਸੋਚਦਾ ਸੀ ਕਿ ਮੈਂ ਵੀ ਤੈਨੂੰ ਇਦਾਂ ਹੀ ਆਪਣੇ ਪਿਆਰ 'ਚ ਫਸਾ ਕੇ ਤੁਹਾਡੇ ਪਿਆਰ ਦੀ ਬੇਇੱਜ਼ਤੀ ਕਰਵਾਵਾਂ, ਪਰ ਤੂੰ ਕੁੜੀ ਚੰਗੀ ਆ, ਇਸ ਲਈ ਇਦਾਂ ਦਾ ਕੁਝ ਕਰਨ ਨੂੰ ਮੇਰਾ ਦਿਲ ਨਹੀਂ ਕੀਤਾ। ਮੈਂ ਉਸ ਨੂੰ ਅੱਗੋਂ ਕਿਹਾ ਕਿ ਤੇਰੀ ਭੈਣ ਵੀ ਚੰਗੀ ਬਣ ਸਕਦੀ ਸੀ ਜੇਕਰ ਉਹ ਇਦਾਂ ਦੇ ਪੁੱਠਾ ਸਟੈਪ ਨਾ ਚੁੱਕਦੀ। ਤੇ ਬਾਕੀ ਰਹੀ ਗੱਲ ਉਹ ਤੂੰ ਜੋ ਮਰਜ਼ੀ ਕਰ ਲੈਂਦਾ, ਮੈਂ ਤੇਰੀ ਭੈਣ ਨਹੀਂ ਹਾਂ। ਮੈਂ ਹਾਂ ਜਿਸ ਨੂੰ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਆ ਤੇ ਪੜ੍ਹਾਈ ਮੇਰਾ ਪਿਆਰ ਆ। ਇਸ ਤੋਂ ਬਾਅਦ ਵੀ ਮੈਨੂੰ ਉਸ ਕੁੜੀ ਦੇ ਚਾਚਾ ਤਾਇਆਂ ਦੇ ਕੀ ਉਸ ਕੁੜੀ ਦੀ ਪੂਰੀ ਜਾਤੀ ਦੇ ਪਿੰਡ ਦੇ ਮੁੰਡਿਆਂ ਨੇ ਮੈਨੂੰ ਬਹੁਤ ਫਸਾਉਣ ਦੀ ਕੋਸ਼ਿਸ਼ ਕੀਤੀ। ਕਦੀ ਕਿਸੇ ਨੇ ਆ ਕੇ ਕਹਿਣਾ ਮੈਂ ਤੈਨੂੰ ਪਸੰਦ ਕਰਦਾ, ਕਦੇ ਕਿਸੇ ਨੇ। ਤੇ ਕਈ ਲੋਕਾਂ ਨੇ ਜਿਨ੍ਹਾਂ ਨਾਲ ਉਹਨਾਂ ਮੁੰਡਿਆਂ ਨੇ ਗੱਲ ਕੀਤੀ ਸੀ, ਅਸੀਂ ਇਸ ਕੁੜੀ ਦੇ ਪਿਓ ਤੋਂ ਬਦਲਾ ਲੈਣਾ, ਇਹਨੂੰ ਜਾਣੀ ਕਿ ਮੈਨੂੰ ਫਸਾ ਕੇ ਉਹਨਾਂ ਨੇ ਮੈਨੂੰ ਸਭ ਦੱਸ ਦੇਣਾ। ਬੇਸ਼ੱਕ ਮੈਂ ਹੁਣ 12ਵੀਂ ਕਲਾਸ 'ਚ ਸੀ, ਪਰ ਇਹਨਾਂ ਗੱਲਾਂ ਨੇ ਮੇਰਾ ਪਿੱਛਾ ਨਹੀਂ ਛੱਡਿਆ। ਮੈਂ ਬਹੁਤ ਸੰਭਲ ਕੇ ਚੱਲਦੀ ਸੀ ਕਿ ਮੇਰੇ ਕੋਲੋਂ ਕਦੀ ਭੁੱਲ ਕੇ ਵੀ ਕੋਈ ਗਲਤੀ ਨਾ ਹੋ ਜਾਵੇ। ਉੱਧਰ ਮੇਰੀ ਮੰਮੀ ਇੰਨੀ ਜ਼ਿਆਦਾ ਬਿਮਾਰ ਹੋ ਗਈ ਕਿ ਡਾਕਟਰ ਨੇ ਵੀ ਕਿਹਾ ਕਿ ਸੇਵਾ ਹੀ ਕਰ ਲਓ। ਮੇਰੀ ਮੰਮੀ ਹੁਣ ਮੰਜੇ ਤੇ ਸੀ, ਆਪੇ ਬਾਥਰੂਮ ਵੀ ਨਹੀਂ ਕਰ ਸਕਦੇ ਸਨ। ਹੁਣ ਮੇਰੇ ਪਾਪਾ ਨੂੰ ਆਪਣੀ ਕੀਤੀ ਤੇ ਬਹੁਤ ਪਛਤਾਵਾ ਹੋ ਰਿਹਾ ਸੀ। ਸਾਰਾ ਘਰ ਉੱਜੜ ਚੁੱਕਾ ਸੀ। ਮੰਮੀ ਦੀ ਕੋਈ ਉਮੀਦ ਨਹੀਂ ਸੀ ਤੇ ਮੇਰੇ ਪਾਪਾ ਦਿਨ ਰਾਤ ਮੇਰੀ ਮੰਮੀ ਨੂੰ ਲੈ ਕੇ ਕਦੀ ਕਿਸੇ ਡਾਕਟਰ ਕੋਲ ਤੇ ਕਦੀ ਕਿਸੇ ਡਾਕਟਰ ਕੋਲ ਲੈ ਕੇ ਘੁੰਮਦੇ ਰਹਿੰਦੇ, ਪਰ ਮੰਮੀ ਨੂੰ ਕੋਈ ਫਰਕ ਨਾ ਪਿਆ। ਜਿਹੜੀ ਮੇਰੀ ਮੰਮੀ ਦੇ ਤੁਰਨ ਨਾਲ ਜ਼ਮੀਨ ਹਿਲਦੀ ਲੱਗਦੀ ਸੀ, ਇੱਕ ਤੇਜ਼ ਨੂਰ ਨਾਲ ਭਰਿਆ ਹੋਇਆ ਚਿਹਰਾ ਅੱਜ ਮੁਰਝਾ ਗਿਆ ਸੀ। ਤੇ ਅੱਜ ਅਚਾਨਕ ਸਫਾਈ ਕਰਦੀ ਦੇ ਮੇਰੇ ਹੱਥੋਂ ਉਹ ਸਭ ਚਿੱਠੀਆਂ ਲੱਗ ਗਈਆਂ ਜੋ ਉਸ ਕੁੜੀ ਨੇ ਮੇਰੇ ਪਾਪਾ ਨੂੰ ਲਿਖੀਆਂ ਸੀ। ਤੇ ਮੈਂ ਉਹਨਾਂ ਨੂੰ ਇੱਕ ਇੱਕ ਕਰਕੇ ਪੜ੍ਹਨ ਲੱਗ ਗਈ, ਕਿਉਂਕਿ ਜਦੋਂ ਇਹੋ ਸਭ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਸੀ ਉਦੋਂ ਮੈਂ ਸਿਰਫ 9ਵੀਂ ਕਲਾਸ 'ਚ ਪੜ੍ਹਦੀ ਸੀ ਤੇ ਅਜੇ ਇੰਨੀ ਸਮਝਦਾਰ ਨਹੀਂ ਹੋਣ ਕਰਕੇ ਸਭ ਭੁੱਲ ਗਈ ਸੀ। ਕਦੀ ਇੰਨੀ ਦਿਲਚਸਪੀ ਨਹੀਂ ਸੀ। ਹੁਣ ਮੈਨੂੰ ਸਭ ਸਮਝ ਸੀ। ਮੈਂ 12ਵੀਂ ਕਲਾਸ 'ਚ ਪੜ੍ਹ ਰਹੀ ਸੀ ਤੇ ਉਹਨਾਂ ਚਿੱਠੀਆਂ 'ਚ ਜੋ ਪੜ੍ਹਿਆ, ਪੜ੍ਹ ਕੇ ਹੈਰਾਨ ਰਹਿ ਗਈ। ਮੈਂ ਜਦੋਂ ਉਹ ਚਿੱਠੀਆਂ ਪੜ੍ਹੀਆਂ ਤਾਂ ਹੈਰਾਨੀ ਇਸ ਕਰਕੇ ਜ਼ਿਆਦਾ ਸੀ ਕਿਉਂਕਿ ਮੈਨੂੰ ਅੱਜ ਤੱਕ ਸਿਰਫ ਮੰਮੀ ਦਾ ਲੋਕਾਂ ਕੋਲੋਂ ਸੁਣ ਕੇ ਹੀ ਪਤਾ ਲੱਗਾ ਸੀ ਕਿ ਮੇਰੇ ਪਾਪਾ ਤੇ ਉਸ ਕੁੜੀ 'ਚ ਕੋਈ ਭੈਣ ਭਰਾ ਤੋਂ ਇਲਾਵਾ ਹੋਰ ਰਿਸ਼ਤਾ। ਪਰ ਮੈਂ ਛੋਟੀ ਸੀ ਉਦੋਂ, ਇਸ ਲਈ ਮੈਨੂੰ ਕਦੀ ਇਹੋ ਹੀ ਵੀ ਗੱਲ ਲੱਗਣ ਲੱਗ ਜਾਂਦਾ ਕਿ ਉਹ ਮੇਰੇ ਪਾਪਾ ਨਾਲ ਉਸਦਾ ਰਿਸ਼ਤਾ ਐਵੇਂ ਕੋਈ ਛੋਟਾ ਮੋਟਾ ਹੀ ਪਿਆਰ ਵਿਆਰ ਦਾ ਹੋਣਾ ਕਹਿ ਲਵੋ, ਐਵੇਂ ਫੋਨ ਤੱਕ ਜਾਂ ਚਿੱਠੀਆਂ ਤੱਕ। ਪਰ ਜਦੋਂ ਮੈਂ ਉਸ ਕੁੜੀ ਵੱਲੋਂ ਲਿਖੀ ਹਰ ਇੱਕ ਚਿੱਠੀ 'ਚ ਇਹੋ ਪੜ੍ਹਿਆ ਕਿ ਉਹ ਮੇਰੇ ਪਾਪਾ ਨੂੰ ਆਪਣਾ ਪਤੀ ਮੰਨਦੀ ਆ ਤੇ ਉਸਨੇ ਹਰ ਇੱਕ ਚਿੱਠੀ ਦੀ ਸ਼ੁਰੂਆਤ ਵਿੱਚ ਲਿਖਿਆ ਹੁੰਦਾ ਮੇਰੇ ਪਿਆਰੇ ਪਤੀ ਜੀ, ਮੈਨੂੰ ਇਹੋ ਪੜ੍ਹ ਕੇ ਬੜਾ ਗੁੱਸਾ ਆਇਆ। ਤੇ ਉਸਨੇ ਇੱਥੋਂ ਤੱਕ ਕਿ ਮੇਰੇ ਪਾਪਾ ਨੂੰ ਹਰ ਇੱਕ ਚਿੱਠੀ ਵਿੱਚ ਇਹੋ ਲਿਖਿਆ ਸੀ ਕਿ ਉਹ ਮੇਰੀ ਮੰਮੀ ਜਾਣੀ ਕਿ ਆਪਣੀ ਪਤਨੀ ਨੂੰ ਤਲਾਕ ਕਦੋਂ ਦੇਣਗੇ ਤੇ ਮੇਰੇ ਨਾਲ ਜਾਣੀ ਕਿ ਉਸ ਕੁੜੀ ਨਾਲ ਵਿਆਹ ਕਦੋਂ ਕਰਵਾਉਣਗੇ ਜਿਸ ਕੁੜੀ ਨੇ ਇਸ ਰਿਸ਼ਤੇ ਦੀ ਸ਼ੁਰੂਆਤ ਭੈਣ ਬਣ ਕੇ ਮੇਰੇ ਪਾਪਾ ਨੂੰ ਆਪਣਾ ਭਰਾ ਬਣਾ ਕੇ ਪਾਪਾ ਦੇ ਰੱਖੜੀ ਬੰਨ੍ਹ ਕੇ ਕੀਤੀ ਸੀ। ਤੇ ਜੋ ਕੁੜੀ ਮੇਰੀ ਮੰਮੀ ਨੂੰ ਭਾਬੀ ਭਾਬੀ ਕਹਿੰਦੀ ਨਹੀਂ ਸੀ ਥੱਕਦੀ, ਉਹ ਕੁੜੀ ਮੇਰੀ ਮੰਮੀ ਬਾਰੇ ਕੀ ਕੁਝ ਸੋਚ ਰਹੀ ਸੀ। ਉਸ ਨੂੰ ਮੇਰੀ ਮੰਮੀ ਨਾਲ ਕੋਈ ਪਿਆਰ ਨਹੀਂ ਸੀ, ਇੱਥੋਂ ਤੱਕ ਕਿ ਉਸਨੇ ਚਿੱਠੀਆਂ ਵਿੱਚ ਇਹੋ ਤੱਕ ਲਿਖਿਆ ਸੀ ਮੇਰੀ ਮੰਮੀ ਨੂੰ ਹੋਰ ਉਹ ਉਸ ਘਰ ਜਾਣੀ ਕਿ ਪਾਪਾ ਦੇ ਘਰ ਤੇ ਪਾਪਾ ਦੇ ਨਾਲ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਉਸ ਨੂੰ ਮੇਰੀ ਮੰਮੀ ਨੂੰ ਮੇਰੇ ਪਾਪਾ ਨਾਲ ਵੇਖ ਕੇ ਬਹੁਤ ਗੁੱਸਾ ਆਉਂਦਾ ਏ। ਉਸਨੇ ਕਦੇ ਇਹੋ ਕਿਉਂ ਨਹੀਂ ਸੋਚਿਆ ਕਿ ਦੂਜੀ ਔਰਤ ਬਣ ਕੇ ਉਹ ਮੇਰੀ ਮੰਮੀ ਦੀ ਜ਼ਿੰਦਗੀ ਵਿੱਚ ਆਈ ਤੇ ਨਾ ਕਿ ਮੇਰੀ ਮੰਮੀ ਉਸ ਦੀ ਜ਼ਿੰਦਗੀ 'ਚ।
ਉਸ ਨੂੰ ਸਿਰਫ 2 ਕੁ ਸਾਲਾਂ ਦੇ ਰਿਸ਼ਤੇ ਵਿੱਚ ਹੀ ਮੇਰੀ ਮੰਮੀ ਜ਼ਹਿਰ ਦਿਖਾਈ ਦੇਣ ਲੱਗ ਗਈ ਸੀ ਤੇ ਜੋ ਮੇਰੀ ਮੰਮੀ ਨੇ ਆਪਣੀ ਲਾਈਫ ਦੇ 20 ਸਾਲ ਮੇਰੇ ਪਾਪਾ ਨਾਲ ਗੁਜ਼ਾਰੇ ਸੀ ਤਾਂ ਉਸ ਨੂੰ ਉਹ ਕੁੜੀ ਕਿਹੋ ਜਿਹੀ ਲੱਗਦੀ ਹੋਵੇਗੀ ਜੋ ਭਰਾ ਬਣਾ ਕੇ ਪਤਨੀ ਬਣਨ ਨੂੰ ਫਿਰਦੀ ਸੀ, ਕਹਿ ਲਵੋ ਜਾਂ ਬਣ ਕੇ ਬੈਠੀ ਸੀ। ਕੋਈ ਕੁੜੀ ਇੰਨੀ ਕਿੱਦਾਂ ਗਿਰ ਸਕਦੀ ਸੀ ਜੋ ਇੰਨਾ ਮਾੜਾ ਸੋਚ ਰਹੀ ਸੀ ਮੇਰੀ ਮੰਮੀ ਬਾਰੇ। ਤੇ ਇੱਕ ਮੇਰੀ ਮੰਮੀ ਜੋ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣ ਕੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਤੇ ਆਪਣੇ ਪਤੀ ਦੀ ਇੱਜ਼ਤ ਨੂੰ ਤੇ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਪਤਾ ਨਹੀਂ ਕੀ ਕਰ ਰਹੀ ਸੀ। ਜਦੋਂ ਮੇਰੀ ਮੰਮੀ ਘਰ ਛੱਡ ਕੇ ਜਾਣ ਦੀ ਗੱਲ ਕਰਦੀ ਤਾਂ ਮੇਰੇ ਪਾਪਾ ਮੰਮੀ ਨੂੰ ਇਹੋ ਕਹਿ ਕੇ ਚੁੱਪ ਕਰਵਾ ਦਿੰਦੇ ਕਿ ਮੈਂ ਕੁਝ ਖਾ ਕੇ ਮਰ ਜਾਣਾ। ਉਧਰੋਂ ਮੇਰੀ ਦਾਦੀ ਵੀ ਇੰਨੀ ਚੰਗੀ ਨੂੰਹ ਨੂੰ ਹੱਥੋਂ ਗਵਾਉਣਾ ਨਹੀਂ ਸੀ ਚਾਹੁੰਦੀ, ਪਰ ਇਸ ਵਿੱਚ ਕੋਈ ਕੁਝ ਨਹੀਂ ਸੀ ਕਰ ਸਕਦਾ। ਬਸ ਸਭ ਮੰਮੀ ਨੂੰ ਹੀ ਦਿਲਾਸਾ ਦੇ ਰਹੇ ਸੀ, ਪਰ ਪਾਪਾ ਨੂੰ ਕੋਈ ਕੁਝ ਕਹਿੰਦਾ ਤਾਂ ਉਹ ਲੜਨ ਨੂੰ ਪੈਂਦੇ ਸਭ ਨੂੰ। ਪਤਾ ਨਹੀਂ ਮੇਰੀ ਮੰਮੀ ਦੇ ਦਿਲ ਦਿਮਾਗ ਤੇ ਕਿੰਨਾ ਕੁ ਇਸ ਨਜਾਇਜ਼ ਰਿਸ਼ਤੇ ਦਾ ਅਸਰ ਹੋਇਆ ਕਿ ਜੋ ਮੇਰੀ ਮੰਮੀ ਹੁਣ ਮੰਜੇ ਤੇ ਬਿਮਾਰ ਹੋ ਕੇ ਬੈਠ ਗਈ। ਕਹਿੰਦੇ ਆ ਕਿ ਇੱਕ ਔਰਤ ਸਭ ਕੁਝ ਵੰਡ ਸਕਦੀ ਆ ਪਰ ਆਪਣਾ ਸੁਹਾਗ ਕਿਸੇ ਨਾਲ ਨਹੀਂ ਵੰਡ ਸਕਦੀ। ਅੱਜ ਇਸ ਕਹਾਵਤ ਦੀ ਵੀ ਪੂਰੀ ਸਮਝ ਆ ਗਈ ਸੀ, ਪਰ ਹੁਣ ਹੱਥ ਕੁਝ ਨਹੀਂ ਸੀ ਲੱਗਣਾ ਕਿਉਂਕਿ ਮੇਰੀ ਮੰਮੀ ਤਾਂ ਬਿਮਾਰ ਹੋ ਕੇ ਮੰਜੇ ਜੋਗੀ ਹੋ ਚੁੱਕੀ ਸੀ ਤੇ ਮੇਰੇ ਪਾਪਾ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿਆ ਸੀ। ਹੁਣ ਮਾਫੀ ਮੰਗਣ ਨਾਲ ਵੀ ਲੰਘਿਆ ਸਮਾਂ ਵਾਪਸ ਨਹੀਂ ਆ ਸਕਦਾ। ਸਾਡਾ ਹੱਸਦਾ ਵਸਦਾ ਘਰ ਉਜਾੜਨ ਕਿਨਾਰੇ ਸੀ। ਮੇਰੀ ਮੰਮੀ ਬਹੁਤ ਰੋਂਦੇ, ਸਾਰੀ ਰਾਤ ਨਾ ਸੌਂਦੇ। ਡਾਕਟਰਾਂ ਨੂੰ ਉਹਨਾਂ ਦੀ ਇਸ ਬਿਮਾਰੀ ਦਾ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। ਮੇਰੀ ਮੰਮੀ ਨੂੰ ਪੈਰਾਲਾਈਜ਼ ਜਾਂ ਕੋਈ ਅਟੈਕ ਨਹੀਂ ਸੀ ਹੋਇਆ, ਬਸ ਉਹਨਾਂ ਦੇ ਪੂਰੇ ਸਰੀਰ 'ਚ ਬਹੁਤ ਦਰਦ ਰਹਿਣ ਲੱਗ ਗਿਆ ਸੀ। ਉਹਨਾਂ ਤੇ ਕੋਈ ਵੀ ਕੰਮ ਨਹੀਂ ਸੀ ਹੁੰਦਾ। ਲੋਕੀ ਕਹਿ ਰਹੇ ਸੀ ਕਿ ਆਰਥਰਾਈਟਿਸ ਹੈ, ਪਰ ਆਰਥਰਾਈਟਿਸ ਨਾਲ ਕਦੀ ਵੀ ਮੈਂ ਇਦਾਂ ਦੀ ਕਿਸੇ ਵੀ ਹਾਲਤ ਨਹੀਂ ਦੇਖੀ ਹੁੰਦੀ ਕਿ ਬੰਦਾ ਆਪਣੇ ਆਪ ਬਾਥਰੂਮ ਤੱਕ ਨਾ ਜਾ ਸਕੇ। ਮੰਮੀ ਦੇ ਬਿਮਾਰ ਹੋਣ ਨਾਲ ਮੇਰੀ ਪੜ੍ਹਾਈ ਤੇ ਵੀ ਇਸ ਦਾ ਬਹੁਤ ਅਸਰ ਪਿਆ। ਸਾਰਾ ਦਿਨ ਘਰ ਦਾ ਕੰਮ ਕਰਕੇ ਮੈਂ ਥੱਕ ਜਾਂਦੀ। ਰਾਤ ਨੂੰ ਪੜ੍ਹਨ ਦਾ ਟਾਈਮ ਮਿਲਦਾ ਤੇ ਸਵੇਰੇ ਕੰਮ ਕਰਕੇ ਸਕੂਲ ਜਾਣਾ। ਮੈਂ 10ਵੀਂ ਕਲਾਸ 'ਚ ਸੀ ਜਦੋਂ ਮੇਰੀ ਮੰਮੀ ਜ਼ਿਆਦਾ ਬਿਮਾਰ ਹੋ ਗਏ। ਬਹੁਤ ਇਲਾਜ ਕਰਵਾਇਆ ਮੇਰੇ ਪਾਪਾ ਨੇ, ਪਰ ਮੇਰੀ ਮੰਮੀ ਠੀਕ ਨਾ ਹੋਏ। ਹੌਲੀ ਉਹਨਾਂ ਦੀ ਹਾਲਤ ਹੋਰ ਖਰਾਬ ਹੋ ਗਈ ਸੀ। ਥੋੜਾ ਟਾਈਮ ਬੀਤਣ ਤੋਂ ਬਾਅਦ ਜਿੱਦਾਂ ਇਹੋ ਮੇਰੇ ਪਾਪਾ ਦੀ ਆਸ਼ਕੀ ਦੀ ਇਹੋ ਗੱਲ ਪੁਰਾਣੀ ਹੁੰਦੀ ਗਈ। ਮੇਰੀ ਮੰਮੀ ਵੀ ਹੌਲੀ ਠੀਕ ਹੋਣ ਲੱਗ ਗਏ। ਹੁਣ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਮੰਮੀ ਦੀ ਬਿਮਾਰੀ ਉਹਨਾਂ ਵੱਲੋਂ ਲਈ ਟੈਨਸ਼ਨ ਤੇ ਅੰਦਰੋਂ ਅੰਦਰੀ ਘੁਟਣ ਸੀ ਜੋ ਉਹਨਾਂ ਨੂੰ ਮੇਰੇ ਪਾਪਾ ਦੇ ਇਹੋ ਐਕਸਟਰਾ ਮੈਰੀਟਲ ਅਫੇਅਰ ਨਾਲ ਹੋ ਰਿਹਾ ਸੀ। ਮੇਰੇ ਮੰਮੀ ਠੀਕ ਤਾਂ ਹੋਏ ਪਰ ਪੂਰੀ ਤਰ੍ਹਾਂ ਨਹੀਂ। ਉਹ ਸਿਰਫ ਆਪਣੇ ਜੋਗਾ ਘੁੰਮਣ ਫਿਰਨ ਲੱਗ ਗਏ ਸੀ। ਬਾਥਰੂਮ ਜਾਣਾ, ਪਾਣੀ ਪੀ ਲੈਣਾ, ਰੋਟੀ ਖਾ ਲੈਣਾ, ਨਹਾ ਲੈਣਾ। ਮੈਂ ਇੰਨੀ ਹੀ ਬਹੁਤ ਖੁਸ਼ ਸੀ, ਪਰ ਹਾਲਾਤ ਹਜੇ ਵੀ ਸੁਧਰੇ ਨਹੀਂ ਸੀ। ਹਜੇ ਪਤਾ ਨਹੀਂ ਇਹ ਪਾਪਾ ਦੀ ਇੱਕ ਗਲਤੀ ਨੇ ਹੋਰ ਕਿੰਨੇ ਚੰਨ ਚਾੜਨੇ ਸੀ ਮੇਰੇ ਪਰਿਵਾਰ ਤੇ। ਮੈਂ ਇਹ ਨਹੀਂ ਕਹਿੰਦੀ ਕਿ ਸਿਰਫ ਉਸ ਕੁੜੀ ਕਰਕੇ ਹੀ ਸਾਡਾ ਪਰਿਵਾਰ ਉਜੜਿਆ। ਮੇਰੇ ਪਾਪਾ ਵੀ ਇਸ ਗਲਤੀ 'ਚ ਬਰਾਬਰ ਦੇ ਹਿੱਸੇਦਾਰ ਸੀ। ਪਰ ਲੋਕੀ ਕਹਿੰਦੇ ਆ ਕਿ ਮਰਦ ਜਾਤ ਤਾਂ ਹੁੰਦੀ ਇਦਾਂ ਦੀ ਆ। ਸ਼ਰਮ ਤਾਂ ਔਰਤਾਂ ਨੂੰ ਕਰਨੀ ਚਾਹੀਦੀ ਆ ਕਿ ਉਹ ਇੱਕ ਔਰਤ ਹੋ ਕੇ ਦੂਜੀ ਔਰਤ ਨੂੰ ਉਜਾੜ ਰਹੀ ਆ। ਉਸ ਕੁੜੀ ਦੀ ਲਾਈ ਹੋਈ ਅੱਗ ਹਜੇ ਵੀ ਸਾਡੀ ਫੈਮਿਲੀ ਨੂੰ ਸਾੜ ਰਹੀ ਸੀ। ਉਸ ਕੁੜੀ ਨੇ ਮੇਰੇ ਬਾਰੇ ਮੇਰੇ ਪਾਪਾ ਨੂੰ ਇਹੋ ਪਤਾ ਨਹੀਂ ਕੀ ਕਹਿ ਦਿੱਤਾ ਕਿ ਮੇਰੇ ਪਾਪਾ ਇੱਕ ਦਿਨ ਮੈਨੂੰ ਸਕੂਲੋਂ ਆਉਂਦੀ ਨੂੰ ਹੀ ਕੁੱਟਣ ਲੱਗ ਗਏ। ਮੈਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਸੀ ਕਿ ਆਖਰ ਮੇਰੇ ਕੁੱਟ ਪੈ ਕਿਉਂ ਰਹੀ ਆ, ਮੇਰੀ ਗਲਤੀ ਕੀ ਆ। ਮੇਰੀ ਮੰਮੀ ਨੇ ਬਾਅਦ 'ਚ ਮੈਨੂੰ ਦੱਸਿਆ ਕਿ ਤੇਰੀ ਉਸ ਕੁੜੀ ਦੀ ਕਲਾਸ ਦੇ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਹੈ। ਮੈਂ ਇਹੋ ਗੱਲ ਸੁਣ ਕੇ ਬਹੁਤ ਹੈਰਾਨ ਸੀ ਕਿ ਜਿਸ ਨੇ ਅੱਜ ਤੱਕ ਮੁੰਡਿਆਂ ਨਾਲ ਗੱਲ ਤੱਕ ਨਹੀਂ ਕੀਤੀ, ਉਸ ਨੂੰ ਬਿਨਾਂ ਗੱਲ ਪੂਰੀ ਜਾਣੇ ਮੇਰੇ ਪਾਪਾ ਨੇ ਇੰਨਾ ਜ਼ਿਆਦਾ ਕੁੱਟਿਆ ਸੀ ਕਿ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਉਹ ਦਿਨ ਜਦੋਂ ਮੈਨੂੰ ਅੱਜ ਵੀ ਯਾਦ ਆਉਂਦਾ ਤਾਂ ਮੈਨੂੰ ਰੋਣਾ ਆ ਜਾਂਦਾ ਕਿ ਕਿੱਦਾਂ ਮੈਨੂੰ ਜੁੱਤੀਆਂ ਨਾਲ ਕੁੱਟਿਆ ਸੀ ਬਿਨਾਂ ਕੋਈ ਗਲਤੀ ਕੀਤੇ। ਖੈਰ, ਮੈਂ ਗੱਲ ਦੀ ਤਹਿ ਤੱਕ ਜਾਣ ਲਈ ਉਸ ਕੁੜੀ ਨਾਲ ਗੱਲ ਕੀਤੀ। ਮੇਰੇ ਪਾਪਾ ਨਾਲ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਇੰਨੀਆਂ ਗੱਲਾਂ ਬਿਨਾਂ ਕੋਈ ਗੱਲ ਤੋਂ ਕਿੱਦਾਂ ਕਹਿ ਦਿੱਤੀਆਂ। ਉਹ ਮੈਨੂੰ ਕਹਿਣ ਲੱਗੀ ਕਿ ਉਹ ਮੁੰਡਾ ਤੇਰੇ ਵੱਲ ਬਹੁਤ ਦੇਖਦਾ। ਮੈਂ ਕਿਹਾ ਕਿ ਜੇਕਰ ਕੋਈ ਮੇਰੇ ਵੱਲ ਵੇਖਣ ਲੱਗ ਜਾਵੇ ਤਾਂ ਇਸ ਵਿੱਚ ਮੇਰੀ ਕੀ ਗਲਤੀ ਆ। ਮੇਰੇ ਪਾਪਾ ਨੇ ਬਿਨਾਂ ਕੋਈ ਗੱਲ ਜਾਣੇ ਉਸ ਮੁੰਡੇ ਨੂੰ ਗਾਲਾਂ ਕੱਢ ਦਿੱਤੀਆਂ ਤੇ ਉਸ ਦੀ ਸ਼ਿਕਾਇਤ ਕਰ ਦਿੱਤੀ ਸਕੂਲ ਵਿੱਚ। ਫਿਰ ਕੀ ਸੀ, ਬਿਨਾਂ ਕੋਈ ਗੱਲ ਦੇ ਕੋਈ ਕਿਸੇ ਦੀ ਨਹੀਂ ਸੁਣਦਾ। ਉਹ ਮੁੰਡਾ ਕਹਿੰਦਾ ਕਿ ਅੰਕਲ ਜੀ, ਮੈਂ ਤਾਂ ਤੁਹਾਡੀ ਕੁੜੀ ਨੂੰ ਜਾਣਦਾ ਵੀ ਨਹੀਂ ਕੌਣ ਆ ਤੇ ਤੁਸੀਂ ਇੱਦਾਂ ਕਿੱਦਾਂ ਮੈਨੂੰ ਗਲਤ ਬੋਲ ਸਕਦੇ ਆ। ਪਰ ਮੇਰੇ ਪਾਪਾ ਚੁੱਪ ਹੋਣ ਦਾ ਨਾਮ ਨਹੀਂ ਲੈ ਰਹੇ ਸੀ। ਫਿਰ ਕੀ ਸੀ, ਉਸ ਮੁੰਡੇ ਦੀ ਫੈਮਿਲੀ ਵੀ ਉੱਥੇ ਆ ਗਈ। ਕਾਫੀ ਬਵਾਲ ਹੋਇਆ। ਆਖਰ ਅਸੀਂ ਬੇਕਸੂਰ ਸਾਬਤ ਹੋਏ ਤੇ ਮੇਰੇ ਪਾਪਾ ਆਪਣੀ ਗਲਤੀ ਮੰਨਣ ਦੀ ਬਜਾਏ ਮੈਨੂੰ ਹੀ ਉਲਟਾ ਸਮਝਾ ਰਹੇ ਸੀ। ਮੁੜ ਕੇ ਤੇਰੀ ਇਹੋ ਜਿਹੀ ਕੋਈ ਗੱਲ ਨਹੀਂ ਸੁਣੀ ਚਾਹੀਦੀ।
ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਲੱਗਾ। ਜੋ ਕੁੜੀ ਕਲਾਸ ਵਿੱਚ ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦੀ ਰਹੀ 10ਵੀਂ ਤੱਕ, ਜਿਸ ਨੂੰ ਸਾਰੇ ਟੀਚਰਸ ਵੀ ਬਹੁਤ ਪਿਆਰ ਕਰਦੇ ਸੀ, ਪਾਪਾ ਦੀ ਇੱਕ ਗਲਤੀ ਨਾਲ ਮੈਂ ਪੂਰੇ ਸਕੂਲ ਵਿੱਚ ਬਦਨਾਮ ਹੋ ਗਈ ਤੇ ਕੀਤੇ ਨਾ ਕੀਤੇ ਇਹੋ ਬਿਨਾਂ ਗਲਤੀ ਤੋਂ ਮਿਲੀ ਸਜ਼ਾ ਨੇ ਮੈਨੂੰ ਦਿਲ ਵਿੱਚ ਕਿਸੇ ਕੋਨੇ 'ਚ ਘਰ ਕਰ ਲਿਆ ਸੀ। ਇਸ ਗੱਲ ਦਾ ਅਸਰ ਮੇਰੀ ਪੂਰੀ ਪੜ੍ਹਾਈ 'ਤੇ ਪਿਆ। ਬਿਨਾਂ ਕੋਈ ਗੱਲ ਦੇ ਮੈਨੂੰ 12ਵੀਂ ਦੇ ਬਾਅਦ ਪ੍ਰਾਈਵੇਟ ਗ੍ਰੈਜੂਏਸ਼ਨ ਕਰਵਾਈ ਗਈ। ਮੇਰੇ ਸਾਰੇ ਸੁਪਨੇ ਟੁੱਟ ਕੇ ਚੂਰ-ਚੂਰ ਹੋ ਗਏ। ਜਿਨ੍ਹਾਂ ਕੁੜੀਆਂ ਦੀਆਂ ਮੁੰਡਿਆਂ ਨਾਲ ਗੱਲਾਂ ਸੀ, ਉਹਨਾਂ ਸਭ ਨੇ ਕਾਲਜ 'ਚ ਲੱਗ ਕੇ ਆਪਣੀ ਪੜ੍ਹਾਈ ਪੂਰੀ ਕੀਤੀ। ਮੈਂ ਸਿਰਫ ਗ੍ਰੈਜੂਏਸ਼ਨ ਹੀ ਕਰ ਪਾਈ। MA ਕਰਨਾ ਚਾਹੁੰਦੀ ਸੀ, ਉਹ ਵੀ ਕਰ ਨਾ ਦਿੱਤੀ। ਫਿਰ ਮੰਮੀ ਦੇ ਗੱਲ ਪਾਪਾ ਨਾਲ ਗੱਲ ਕਰਕੇ ਮੈਂ ਕੰਪਿਊਟਰ ਕੋਰਸ ਕਰਵਾ ਦਿੱਤਾ। ਇਸ ਪਾਪਾ ਵਾਲੀ ਗੱਲ ਦਾ ਮੇਰੇ ਭਰਾਵਾਂ ਦੀ ਪੜ੍ਹਾਈ 'ਤੇ ਵੀ ਬਹੁਤ ਮਾੜਾ ਅਸਰ ਹੋਇਆ। ਮੇਰੇ ਭਰਾਵਾਂ ਦੀ 10ਵੀਂ ਤੱਕ ਹੀ ਪੜ੍ਹੇ, ਕਿਉਂਕਿ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਦੇ ਮੁੰਡੇ ਬਹੁਤ ਮਜ਼ਾਕ ਕਰਦੇ ਤੇ ਗੱਲਾਂ-ਗੱਲਾਂ ਵਿੱਚ ਉਹਨਾਂ ਦਾ ਮਜ਼ਾਕ ਉਡਾਉਂਦੇ ਕਿ ਉਹ ਕੁੜੀ ਤੁਹਾਡੀ ਹੋਣ ਵਾਲੀ ਨਵੀਂ ਮਾਂ ਏ। ਜੋ ਮੇਰੇ ਪਾਪਾ ਨਾਲ ਸੀ, ਉਹਨਾਂ ਨੇ ਵੀ ਆਪਣੀ ਪੜ੍ਹਾਈ ਛੱਡ ਦਿੱਤੀ ਤੇ ਕੰਮਕਾਰ ਕਰਨ ਲੱਗ ਗਏ। ਮੈਨੂੰ ਵੀ ਮਜ਼ਾਕ 'ਚ ਮੇਰੀਆਂ ਚਾਚੀਆਂ ਤਾਈਆਂ ਕਹਿੰਦੀਆਂ ਕਿ ਤੇਰੀ ਨਵੀਂ ਮਾਂ ਕਿੱਦਾਂ, ਉਸ ਦਾ ਵਿਆਹ ਹੋਇਆ ਕਿ ਨਹੀਂ। ਹੁਣ ਮੇਰੀ ਜ਼ਿੰਦਗੀ 'ਤੇ ਵੀ ਇਸ ਗੱਲ ਦਾ ਬਹੁਤ ਅਸਰ ਹੋਇਆ। ਮੈਨੂੰ ਇੱਕ ਮੁੰਡੇ ਨੇ ਕਿਹਾ ਕਿ ਉਹ ਮੈਨੂੰ ਪਸੰਦ ਕਰਦਾ। ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ, ਪਰ ਮੈਂ ਥੋੜ੍ਹੇ ਦਿਨ ਦਾ ਉਸ ਮੁੰਡੇ ਕੋਲੋਂ ਟਾਈਮ ਮੰਗ ਲਿਆ। ਮੈਂ ਸੋਚਿਆ ਕਿ ਬਿਨਾਂ ਗਲਤੀ ਦੇ ਇੰਨੀ ਬਦਨਾਮੀ ਹੋਈ, ਮੇਰੀ ਇੰਨੀ ਕੁੱਟ ਪਈ ਕਿ ਪਰ ਗਲਤੀ ਹੀ ਕਰ ਲਵਾਂ। ਸ਼ਾਇਦ ਮੈਂ ਸਿਰਫ ਇਹੋ ਫੈਸਲਾ ਆਪਣੇ ਬਿਨਾਂ ਗਲਤੀ ਤੋਂ ਪਈ ਕੁੱਟ ਫਟਕਾਰ ਕਰਕੇ ਲੈ ਲਿਆ। ਮੈਂ ਉਸ ਮੁੰਡੇ ਨੂੰ ਹਾਂ ਕਰ ਦਿੱਤੀ ਤੇ ਹੁਣ ਬਸ ਕੀ ਸੀ, ਹੌਲੀ-ਹੌਲੀ ਮੇਰੀ ਉਸ ਨਾਲ ਗੱਲ ਇਸ ਤਰ੍ਹਾਂ ਹੀ ਚੱਲਦੀ ਰਹੀ ਤੇ ਇੱਧਰ ਮੇਰੀ ਮੰਮੀ ਦੇ ਪੂਰੇ ਸਰੀਰ ਦੇ ਜੋੜ ਮੁੜ ਗਏ ਸੀ। ਉਹਨਾਂ ਦੀਆਂ ਉਂਗਲੀਆਂ, ਬਾਹਾਂ ਸਭ ਜੋੜ, ਇੱਥੋਂ ਤੱਕ ਕਿ ਉਹਨਾਂ ਤੋਂ ਹੁਣ ਤੱਕ ਬਾਥਰੂਮ ਤੱਕ ਵੀ ਜਾਣਾ ਹੁੰਦਾ। ਬਸ ਉਹ ਸਾਰਾ ਦਿਨ ਮੰਜੇ 'ਤੇ ਪਏ ਰਹਿੰਦੇ। ਉਹਨਾਂ ਨੂੰ ਹੁਣ ਫਿਰ ਨਹਾਉਣਾ ਵੀ ਆਪ ਹੀ ਪੈਂਦਾ। ਸਾਡੀ ਜ਼ਿੰਦਗੀ ਇੱਕ ਜੇਲ੍ਹ 'ਚ ਕੈਦੀਆਂ ਵਰਗੀ ਸੀ। ਨਾ ਮੰਨਦਾ ਕਰ ਪਾਉਂਦੇ, ਨਾ ਸਮਝ ਪਾਉਂਦੇ। ਮੈਨੂੰ ਅਜੇ ਵੀ ਸਮਝ ਨਹੀਂ ਸੀ ਆ ਰਹੀ ਕਿ ਮੇਰੀ ਮੰਮੀ ਦੀ ਹਾਲਤ ਠੀਕ ਕਿਉਂ ਨਹੀਂ ਹੋਈ। ਮੇਰੇ ਪਾਪਾ ਨੇ ਚਾਹੇ ਜੋ ਵੀ ਗਲਤੀ ਕੀਤੀ ਹੋਵੇ, ਪਰ ਮੰਮੀ ਨਾਲ ਕਦੀ ਇੱਦਾਂ ਗੱਲਾਂ ਕਰਕੇ ਲੜਾਈ ਨਹੀਂ ਸੀ ਕੀਤੀ। ਦੋਨਾਂ 'ਚ ਪਿਆਰ ਵੀ ਬਹੁਤ ਸੀ। ਮੇਰੇ ਪਾਪਾ ਦੀ ਮੇਰੀ ਮੰਮੀ ਨਾਲ ਕਦੇ ਕੋਈ ਲੜਾਈ ਨਹੀਂ ਸੀ ਹੋਈ, ਕਦੀ ਕੋਈ ਗਾਲੀ ਗਲੋਚ ਨਹੀਂ ਸੀ ਹੋਇਆ ਕਿਸੇ ਵੀ ਗੱਲ ਨੂੰ ਲੈ ਕੇ। ਪਰ ਮੇਰੀ ਮੰਮੀ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਸੀ ਹੋਇਆ। ਇਸ ਦਾ ਕਾਰਨ ਵੀ ਮੈਨੂੰ ਜਲਦੀ ਪਤਾ ਲੱਗ ਗਿਆ। ਮੇਰੇ ਪਾਪਾ ਨੇ ਉਸ ਕੁੜੀ ਪਿੱਛੇ ਲੱਗ ਕੇ ਪਤਾ ਨਹੀਂ ਕਿੰਨੇ ਕੁ ਕਰਜ਼ੇ ਚੁੱਕ ਲਏ ਸੀ, ਕਿਉਂਕਿ ਮੇਰੇ ਪਾਪਾ ਨੇ ਉਹਨਾਂ ਨੂੰ ਘਰ ਬਣਾ ਕੇ ਦਿੱਤਾ ਸੀ ਤੇ ਉਹਨਾਂ ਲਈ ਘਰ ਵਿੱਚ ਜੋ ਸੁੱਖ ਸਾਧਨ ਹੁੰਦੇ ਆ ਉਹ ਵੀ ਲੈ ਕੇ ਦਿੱਤੇ। ਹੁਣ ਸਾਡੇ ਘਰ ਲੋਕ ਮੇਰੇ ਪਾਪਾ ਵੱਲੋਂ ਲਏ ਹੋਏ ਕਰਜ਼ੇ ਦੇ ਪੈਸੇ ਲੈਣ ਆਉਣ ਲੱਗ ਗਏ, ਜਿਸ ਕਰਕੇ ਵੀ ਮੇਰੀ ਮੰਮੀ ਟੈਨਸ਼ਨ 'ਚ ਰਹਿੰਦੀ। ਮੇਰੇ ਪਾਪਾ ਸਰਕਾਰੀ ਨੌਕਰੀ ਕਰਦੇ ਸੀ। ਸਾਡੇ ਘਰ ਦਾ ਸਾਰਾ ਖਰਚਾ ਉਹਨਾਂ ਦੀ ਤਨਖਾਹ ਨਾਲ ਖੁੱਲ੍ਹਾ ਡੁੱਲਾ ਚੱਲ ਜਾਂਦਾ ਸੀ। ਪਰ ਹੁਣ ਸਾਨੂੰ ਹਰ ਇੱਕ ਚੀਜ਼ ਲਈ ਤੰਗੀ ਹੋਣ ਲੱਗੀ। ਇੱਕ ਤਾਂ ਪਾਪਾ ਨੇ 2-3 ਲੱਖ ਉਸ ਕੁੜੀ ਪਿੱਛੇ ਖਰਚ ਦਿੱਤੇ ਸੀ, ਇੱਕ ਤਾਂ ਸਾਡੇ ਸਿਰ ਕਰਜ਼ਾ ਸੀ ਤੇ ਉੱਤੋਂ ਮੇਰੀ ਮੰਮੀ ਜ਼ਿਆਦਾ ਬਿਮਾਰ ਰਹਿਣ ਕਰਕੇ ਉਹਨਾਂ ਦੇ ਇਲਾਜ 'ਤੇ ਵੀ ਬਹੁਤ ਖਰਚਾ ਹੁੰਦਾ ਸੀ। ਹੁਣ ਅਸੀਂ ਕਰਜ਼ੇ ਵਿੱਚੋਂ ਨਿਕਲਣ ਦੀ ਬਜਾਏ ਹੋਰ ਧੁੱਸਦੇ ਜਾ ਰਹੇ ਸੀ। ਮੇਰੀ ਪੜ੍ਹਾਈ ਦੀ ਫੀਸ ਤੱਕ ਨਹੀਂ ਸੀ ਹੁੰਦੀ, ਜਿਸ ਕਰਕੇ ਮੈਂ ਆਪਣੀ 12ਵੀਂ ਤੋਂ ਬਾਅਦ ਦੀ ਪੜ੍ਹਾਈ ਪ੍ਰਾਈਵੇਟ ਹੀ ਕੀਤੀ। ਕਹਿੰਦੇ ਹੁੰਦੇ ਆ ਕਿ ਜੇਕਰ ਸ਼ੇਰ ਦੇ ਖੂਨ ਨੂੰ ਮੂੰਹ ਲੱਗ ਜਾਵੇ ਤਾਂ ਉਹ ਖੂਨ ਪੀਣਾ ਗਿੱਝ ਜਾਂਦਾ ਏ। ਉਸੇ ਤਰ੍ਹਾਂ ਜੇਕਰ ਇੱਕ ਮਰਦ ਆਪਣੀ ਵਿਆਹੀ ਛੱਡ ਕੇ ਦੂਜੀ ਔਰਤ ਨਾਲ ਰਹੇ ਤਾਂ ਉਸ ਨੂੰ ਵੀ ਥਾਂ-ਥਾਂ ਮੂੰਹ ਮਾਰਨ ਦੀ ਲੱਤ ਲੱਗ ਜਾਂਦੀ ਆ। ਇਸ ਤਰ੍ਹਾਂ ਮੇਰੇ ਪਾਪਾ ਨਾਲ ਵੀ ਹੋਇਆ। ਉਸ ਕੁੜੀ ਨਾਲੋਂ ਪਿੱਛਾ ਛੁੱਟਣ ਤੋਂ ਬਾਅਦ ਪਾਪਾ ਦੀ ਕਿਸੇ ਹੋਰ ਨਾਲ ਗੱਲ ਹੋ ਗਈ, ਜੋ ਕਿ ਮੇਰੀ ਹੀ ਰਿਸ਼ਤੇਦਾਰੀ ਵਿੱਚੋਂ ਮੇਰੀ ਮੰਮੀ ਦੀ ਦੂਰ ਦੀ ਭੈਣ ਸੀ ਤੇ ਮੇਰੀ ਮਾਸੀ ਲੱਗਦੀ ਸੀ। ਹੁਣ ਫਿਰ ਤੋਂ ਉਹੀ ਸਿਲਸਿਲਾ ਸ਼ੁਰੂ ਹੋ ਗਿਆ। ਮੇਰੀ ਉਸ ਮਾਸੀ ਨੇ ਆਪਣੇ ਇਸ ਰਿਸ਼ਤੇ ਨੂੰ ਮੇਰੇ ਪਾਪਾ ਨਾਲ ਬਣਾਈ ਰੱਖਣ ਲਈ ਆਪਣੀ ਕੁੜੀ ਦਾ ਰਿਸ਼ਤਾ ਮੇਰੇ ਭਰਾ ਨਾਲ ਕਰਵਾ ਦਿੱਤਾ ਤੇ ਇੱਧਰ ਫਿਰ ਉਹੀ ਗੱਲਾਂ ਮੇਰੀ ਮੰਮੀ ਨੂੰ ਹੀ ਸਭ ਲੂਲੀ ਲੰਗੜੀ ਕਹਿੰਦੇ। ਜਦੋਂ ਮੈਨੂੰ ਇਸ ਗੱਲ ਦਾ ਮੇਰੀ ਮੰਮੀ ਕੋਲੋਂ ਪਤਾ ਲੱਗਾ ਤਾਂ ਮੈਂ ਹੈਰਾਨ ਰਹਿ ਗਈ। ਤਾਈਓ ਮੇਰੀ ਮੰਮੀ ਦੀ ਹਾਲਤ ਠੀਕ ਨਹੀਂ ਸੀ ਹੋ ਰਹੀ। ਬੰਦਾ ਹੋਰ ਕਿੰਨੀ ਕੁ ਜਰੀ ਜਾਵੇ। ਮੈਂ ਆਪਣੀ ਮੰਮੀ ਦਾ ਦੁੱਖ ਸਮਝ ਸਕਦੀ ਸੀ, ਪਰ ਕਰ ਕੁਝ ਨਹੀਂ ਸਕਦੀ ਸੀ। ਕਦੀ-ਕਦੀ ਇਨਸਾਨ ਇਹਨਾਂ ਦੁਨਿਆਵੀ ਰਿਸ਼ਤਿਆਂ ਕਰਕੇ ਇੰਨਾ ਬੇਵੱਸ ਤੇ ਲਾਚਾਰ ਹੋ ਜਾਂਦਾ ਕਿ ਸਭ ਕੁਝ ਅੱਖੀਂ ਦੇਖ ਕੇ ਵੀ ਕੁਝ ਨਹੀਂ ਕਰ ਸਕਦਾ। ਸ਼ੱਕ ਤਾਂ ਮੈਨੂੰ ਇੱਕ ਵਾਰ ਉਦੋਂ ਹੀ ਹੋ ਗਿਆ ਸੀ ਜਦੋਂ ਮੇਰੀ ਦੂਰ ਦੀ ਮਾਸੀ ਤੇ ਮੇਰੇ ਪਾਪਾ ਤੇ ਮੈਂ ਸ਼ਾਪਿੰਗ ਕਰਨ ਲਈ ਚੰਡੀਗੜ੍ਹ ਗਏ ਤੇ ਆਉਂਦੇ ਹੋਏ ਮੇਰੀ ਉਸ ਦੂਰ ਦੀ ਮਾਸੀ ਨੇ ਮੇਰੇ ਪਾਪਾ ਦੇ ਮੋਢੇ ਉੱਤੇ ਸਿਰ ਰੱਖ ਲਿਆ ਤੇ ਸੌਣ ਦਾ ਨਾਟਕ ਕਰਨ ਲੱਗੀ। ਮੈਨੂੰ ਇਦਾਂ ਫੀਲ ਹੋਇਆ ਕਿ ਕੋਈ ਮਾਸੀ ਜੋ ਕਿ ਮੇਰੇ ਪਾਪਾ ਦੀ ਹੋਣ ਵਾਲੀ ਕੁੜਮਣੀ ਆ, ਉਹ ਇਦਾਂ ਕਿੱਦਾਂ ਕਰ ਸਕਦੀ ਆ, ਮੇਰੇ ਪਾਪਾ ਨਾਲ ਇਦਾਂ ਕਿੱਦਾਂ ਚਿਪਕ ਕੇ ਬੈਠ ਸਕਦੀ ਆ। ਸਾਰੀ ਸ਼ਾਪਿੰਗ ਮੇਰੇ ਪਾਪਾ ਨੇ ਹੀ ਉਸ ਨੂੰ ਕਰਵਾਈ। ਸਾਡੇ ਸਿਰ 'ਤੇ ਮਸੀਂ ਕੀਤੇ ਥੋੜਾ ਕਰਜ਼ਾ ਉਤਰਿਆ ਸੀ।
ਕਿ ਹੁਣ ਇਹੋ ਫਿਰ ਤੋਂ ਨਵਾਂ ਸਿਆਪਾ ਸਾਡੇ ਸਿਰ 'ਤੇ ਆਣ ਖੜਾ ਹੋ ਗਿਆ ਸੀ। ਮੇਰੇ ਭਰਾ ਜਿਸ ਨਾਲ ਉਸ ਮਾਸੀ ਦੀ ਕੁੜੀ ਦਾ ਰਿਸ਼ਤਾ ਕੀਤਾ ਸੀ ਉਹ ਬਾਹਰ ਚਲਾ ਗਿਆ ਸੀ ਤੇ ਉਹ ਕੁੜੀ ਜਦੋਂ ਵੀ ਉਸ ਨੂੰ ਫੋਨ ਕਰਦੀ ਤਾਂ ਉਸ ਦੀ ਮਾਂ ਤੇ ਉਹ ਦੋਨੋਂ ਉਸ ਨੂੰ ਬਹੁਤ ਕੁਝ ਕਹਿਣ ਲੱਗ ਗਈਆਂ। ਕਦੇ ਉਸ ਨੂੰ ਪੈਸਿਆਂ ਬਾਰੇ ਕਹਿੰਦੀਆਂ ਕਿ ਮੈਨੂੰ ਇੰਨੇ ਪੈਸੇ ਭੇਜ ਦੇ, ਮੈਂ ਵਿਆਹ ਦੇਖਣ ਜਾਣਾ। ਕਦੀ ਆਪਣੀ ਪੜ੍ਹਾਈ ਆਪਣੀ ਫੀਸ ਮੰਗਣ ਲੱਗ ਜਾਂਦੀਆਂ। ਮੇਰਾ ਭਰਾ ਬਹੁਤ ਸਮਝਦਾਰ ਸੀ ਤੇ ਅਸੀਂ ਸਭ ਆਪਣੀ ਮੰਮੀ ਨੂੰ ਹਰ ਗੱਲ ਦੱਸਦੇ ਸੀ। ਤਾਂ ਫਿਰ ਮੇਰੇ ਭਰਾ ਨੇ ਮੇਰੀ ਮੰਮੀ ਨੂੰ ਦੱਸਿਆ ਕਿ ਉਹ ਮੇਰੇ ਕੋਲੋਂ ਪੈਸੇ ਮੰਗ ਰਹੀਆਂ ਨੇ, ਪਰ ਮੇਰੀ ਮੰਮੀ ਨੇ ਕਿਹਾ ਕਿ ਤੂੰ ਬਾਹਰ ਤੋਂ ਉਹਨੂੰ ਕੋਈ ਪੈਸੇ ਨਹੀਂ ਪਾਉਣੇ, ਜਦੋਂ ਵਿਆਹ ਹੋ ਜਾਊਗਾ ਫਿਰ ਗੱਲ ਹੋਰ ਆ। ਗੱਲ ਇੱਥੋਂ ਹੀ ਖਤਮ ਨਹੀਂ ਹੋਈ। ਮੇਰੇ ਪਾਪਾ ਕੋਲ ਮੈਨੂੰ ਕਾਲਜ ਲਗਾਉਣ ਲਈ ਪੈਸੇ ਨਹੀਂ ਸੀ, ਜਦ ਕਿ ਮੈਂ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ। ਪਰ ਉਸ ਪਰਾਈ ਕੁੜੀ ਜੋ ਹਜੇ ਸਾਡੇ ਘਰ ਦੀ ਨੂੰਹ ਨਹੀਂ ਸੀ ਬਣੀ, ਉਸ ਨੂੰ ਕਾਲਜ ਵਿੱਚ ਲਗਵਾ ਦਿੱਤਾ। ਸਭ ਖਰਚੇ ਮੇਰੇ ਪਾਪਾ ਨੇ ਕੀਤੇ ਤੇ ਆਫਟ ਕਾਲਜ ਉਹ ਕੰਪਿਊਟਰ ਕੋਰਸ ਕਰਨ ਲੱਗ ਗਈ। ਉਹ ਖਰਚਾ ਵੀ ਮੇਰੇ ਪਾਪਾ ਦਾ। ਸਾਨੂੰ ਉਸ ਦੀ ਮਾਂ ਕਹਿੰਦੀ ਕਿ ਮੈਂ ਆਪਣੀ ਕੁੜੀ ਨੂੰ ਪੜ੍ਹਾਉਣਾ ਤੇ ਸਾਰਾ ਖਰਚਾ ਹੁਣ ਤੁਸੀਂ ਕਰੋ, ਅਸੀਂ ਤਾਂ ਗਰੀਬ ਬੰਦੇ ਆ। ਹੁਣ ਗੱਲ ਬਹੁਤ ਵੱਧਦੀ ਜਾ ਰਹੀ ਸੀ। ਫਿਰ ਜਦੋਂ ਉਹਨਾਂ ਮਾਂ ਧੀ ਨੂੰ ਇਹੋ ਪਤਾ ਲੱਗਾ ਕਿ ਇਹ ਪੈਸੇ ਦੀ ਗੱਲ ਜੋ ਉਹਨੇ ਮੇਰੇ ਭਰਾ ਕੋਲੋਂ ਮੰਗੇ ਸੀ ਮੇਰੀ ਮੰਮੀ ਨੂੰ ਮੇਰੇ ਭਰਾ ਨੇ ਦੱਸ ਦਿੱਤੀ ਆ, ਤਾਂ ਉਹਨਾਂ ਨੇ ਮੇਰੇ ਭਰਾ ਨੂੰ ਫੋਨ ਕਰਕੇ ਕਿਹਾ ਤੂੰ ਤਾਂ ਆਪਣੀ ਮਾਂ ਦੀ ਹੀ ਬੁੱਕਲ 'ਚ ਵੜਿਆ ਰਹੀ, ਤੈਨੂੰ ਕੀ ਲੋੜ ਸੀ ਆਪਣੀ ਮਾਂ ਨਾਲ ਗੱਲ ਕਰਨ ਦੀ। ਤੇਰੀ ਹੋਣ ਵਾਲੀ ਘਰ ਵਾਲੀ ਨੂੰ ਹੀ ਪੈਸੇ ਦੇਣੇ ਸੀ, ਕਿਸੇ ਦੂਜੀ ਨੂੰ ਤਾਂ ਨਹੀਂ। ਤੇ ਸਾਨੂੰ ਉਹਨਾਂ ਦੀ ਹੀ ਗਵਾਂਢਣ ਕੁੜੀ ਨੇ ਦੱਸਿਆ ਕਿ ਉਹ ਸਾਡੀ ਦੂਰ ਦੀ ਮਾਸੀ ਤਾਂ ਮੇਰੀ ਮੰਮੀ ਨਾਲ ਬਹੁਤ ਖਾਰ ਖਾਂਦੀ ਆ, ਸਿਰਫ ਉੱਤੋਂ ਹੀ ਪਿਆਰ ਦਿਖਾਉਂਦੀ ਆ, ਅੰਦਰੋਂ ਤਾਂ ਉਹ ਚਾਹੁੰਦੀ ਆ ਕਿ ਤੁਸੀਂ ਜਾਣੀ ਕਿ ਮੇਰੀ ਮੰਮੀ ਮਰ ਜਾਵੇ। ਜਲਦੀ ਮੇਰੀ ਮੰਮੀ ਬਿਮਾਰ ਹੋਣ ਕਰਕੇ ਉਹਨਾਂ 'ਚ ਤੁਰਨ 'ਚ ਦਿੱਕਤ ਹੁੰਦੀ ਸੀ, ਇਸ ਲਈ ਉਹ ਥੋੜ੍ਹਾ ਝੁਕ ਕੇ ਤੁਰਦੇ ਸੀ। ਉਹ ਜਨਾਨੀ ਜੋ ਮੇਰੀ ਦੂਰ ਦੀ ਰਿਸ਼ਤੇਦਾਰੀ ਮਾਸੀ ਸੀ, ਉਹ ਮੇਰੀ ਮੰਮੀ ਦੀਆਂ ਰੀਸਾਂ ਲਗਾ ਕੇ ਮੈਨੂੰ ਪਾਪਾ ਨੂੰ ਦਿਖਾਉਂਦੀ ਹੁੰਦੀ ਸੀ। ਕਹਿੰਦੀ ਸੀ ਕਿ ਮੈਂ ਬਹੁਤ ਸੋਹਣੀ ਆ ਤੇ ਤੇਰੀ ਘਰਵਾਲੀ ਨਾਲ ਤੂੰ ਕੋਈ ਲੜਾਈ ਝਗੜਾ ਕਰਿਆ ਕਰ ਤੇ ਉਸ ਨੂੰ ਦਵਾਈ ਨਾ ਲੈ ਕੇ ਦੇ, ਉਹਨੇ ਕਿਹੜਾ ਬਚਣਾ। ਹੁਣ ਗੱਲ ਆਰ ਪਾਰ ਲਗਾਉਣ ਦੀ ਆ ਗਈ ਸੀ। ਮੇਰੇ ਭਰਾ ਚੁੱਪ ਨਹੀਂ ਸੀ ਬੈਠ ਸਕਦੇ। ਹੁਣ ਮੈਂ ਸੋਚ ਲਿਆ ਸੀ ਕਿ ਕੁਝ ਤਾਂ ਕਰਨਾ ਹੀ ਪੈਣਾ। ਮੈਂ ਆਪਣੇ ਭਰਾ ਨਾਲ ਗੱਲ ਕੀਤੀ ਕਿ ਤੂੰ ਹੁਣ ਉਸ ਕੁੜੀ ਨੂੰ ਫੋਨ ਨਹੀਂ ਕਰਨਾ। ਉਹ ਕਹਿੰਦਾ ਕਿ ਮੈਂ ਤਾਂ ਪਹਿਲਾਂ ਹੀ ਉਸ ਨੂੰ ਫੋਨ ਕਰਕੇ ਖੁਸ਼ ਨਹੀਂ ਸੀ ਤੇ ਨਾ ਹੀ ਇਸ ਰਿਸ਼ਤੇ ਤੋਂ ਖੁਸ਼ ਹਾਂ। ਹੁਣ ਰਿਸ਼ਤੇ ਹੋਏ ਨੂੰ 2 ਸਾਲ ਹੋਣ ਵਾਲੇ ਸੀ ਤੇ ਹੁਣ ਉਹ ਸਾਡੀ ਦੂਰ ਦੀ ਮਾਸੀ ਕਹਿਣ ਲੱਗੀ ਕਿ ਮੁੰਡੇ ਨੂੰ ਬਾਹਰੋਂ ਬੁਲਾ ਲਓ, ਅਸੀਂ ਹੁਣ ਵਿਆਹ ਕਰਨਾ ਆਪਣੀ ਕੁੜੀ ਦਾ, ਕਿਉਂਕਿ ਕੁੜੀ ਦੀ ਭੂਆ ਕੈਨੇਡਾ ਤੋਂ ਆਈ ਸੀ। ਉਹ ਉਹਦੇ ਹੁੰਦੇ ਵਿਆਹ ਕਰਨਾ ਚਾਹੁੰਦੀ ਸੀ, ਪਰ ਇੱਧਰ ਮੇਰਾ ਭਰਾ ਹਜੇ ਵਿਆਹ ਲਈ ਰਾਜੀ ਨਹੀਂ ਸੀ। ਉਹ ਕਹਿੰਦਾ ਸੀ ਕਿ ਮੈਂ ਹਜੇ ਵਿਆਹ ਨਹੀਂ ਕਰਵਾਉਣਾ, ਜੇਕਰ ਕੁੜੀ ਵਾਲੇ 5 ਸਾਲ ਰੁਕ ਜਾਣ ਤਾਂ ਠੀਕ ਆ, ਨਹੀਂ ਤਾਂ ਆਪਣੀ ਕੁੜੀ ਦਾ ਕਿਤੇ ਹੋਰ ਵਿਆਹ ਕਰ ਦੇਣ। ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਰ ਮਾਜਰਾ ਕੀ ਆ, ਇੰਨੀ ਜਲਦੀ ਕਿਉਂ ਵਿਆਹ ਦੀ ਪਈ ਆ ਇਹਨਾਂ ਨੂੰ। ਫਿਰ ਸਾਨੂੰ ਉਹਨਾਂ ਦੀ ਉਹੀ ਗਵਾਂਢਣ ਕੁੜੀ ਨੇ ਦੱਸਿਆ ਕਿ ਤੁਹਾਡੀ ਹੋਣ ਵਾਲੀ ਨੂੰਹ ਦੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਆ। ਅਸੀਂ ਹੈਰਾਨ ਸੀ ਕਿ ਇਦਾਂ ਕਿੱਦਾਂ ਹੋ ਸਕਦਾ। ਫਿਰ ਸਾਨੂੰ ਸਭ ਪਤਾ ਲੱਗ ਗਿਆ ਤੇ ਮੇਰੇ ਭਰਾ ਨੇ ਉਸ ਕੁੜੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਸਾਨੂੰ ਖੁਸ਼ੀ ਵੀ ਬਹੁਤ ਸੀ ਕਿ ਵਾਹਿਗੁਰੂ ਨੇ ਜਿੱਦਾਂ ਦੀ ਮਰਜ਼ੀ ਸਾਡਾ ਉਹਨਾਂ ਦੋਨਾਂ ਮਾਂ ਧੀਆਂ ਤੋਂ ਪਿੱਛਾ ਛੁਡਾ ਦਿੱਤਾ, ਨਹੀਂ ਤਾਂ ਪਤਾ ਨਹੀਂ ਉਹਨਾਂ ਸਾਨੂੰ ਹੋਰ ਕਿੰਨਾ ਕੁ ਲੁੱਟਣਾ ਸੀ। ਜਿਹੜੀ ਕੁੜੀ ਸਿਰਫ ਮੰਗਣੀ ਹੋਣ 'ਤੇ ਹੀ ਮੇਰੀ ਮੰਮੀ ਬਾਰੇ ਮੇਰੇ ਭਰਾ ਨੂੰ ਇੰਨਾ ਮੰਦਾ ਚੰਗਾ ਬੋਲ ਸਕਦੀ ਸੀ, ਵਿਆਹ ਮਗਰੋਂ ਪਤਾ ਨਹੀਂ ਉਹਨੇ ਕੀ ਕਰਨਾ ਸੀ। ਮੇਰੀ ਮੰਮੀ ਤਾਂ ਆਪ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਪਾ ਰਹੀ ਸੀ, ਜੋ ਵਿਚਾਰੀ ਇੰਨੀ ਬਿਮਾਰ ਰਹਿੰਦੀ ਸੀ। ਹੁਣ ਇੱਕ ਵਾਰੀ ਫਿਰ ਤੋਂ ਉਹੀ ਮਾਫੀ ਮੰਗੀ ਗਈ ਮੇਰੀ ਮੰਮੀ ਤੋਂ, ਤੇ ਪਿਛਲੀ ਗਲਤੀ ਦੀ ਤਰ੍ਹਾਂ ਮੇਰੀ ਮੰਮੀ ਨੇ ਹੁਣ ਵੀ ਮੇਰੇ ਪਾਪਾ ਨੂੰ ਕੁਝ ਨਹੀਂ ਕਿਹਾ ਤੇ ਅੱਜ ਵੀ ਮੇਰੀ ਮੰਮੀ ਮੇਰੇ ਪਾਪਾ ਵੱਲੋਂ ਕੀਤੀਆਂ ਗਲਤੀਆਂ ਦੀ ਸਜ਼ਾ ਭੁਗਤ ਰਹੀ ਆ। ਇਸ ਤੋਂ ਬਾਅਦ ਮੇਰੇ ਪਾਪਾ ਨੂੰ ਅਕਲ ਤਾਂ ਆ ਗਈ, ਪਰ ਹੁਣ ਪਛਤਾਉਣ ਨਾਲ ਕੁਝ ਨਹੀਂ ਹੋਣਾ। ਜਦੋਂ ਚਿੜੀਆ ਚੁੱਗ ਗਈ ਖੇਤ, ਮਤਲਬ ਕਿ ਹੁਣ ਅਸੀਂ ਬਹੁਤ ਲੋਕਾਂ ਦੇ ਕਰਜ਼ੇ ਲਏ ਹਨ, ਸਾਡੇ ਸਿਰ 'ਤੇ ਬਹੁਤ ਕਰਜ਼ਾ। ਨਾ ਇਹਨਾਂ ਗੱਲਾਂ ਤੋਂ ਬਾਅਦ ਅਸੀਂ ਕੁਝ ਘਰ ਦਾ ਬਣਾ ਸਕੇ ਤੇ ਨਾ ਹੀ ਕੁਝ ਨਵੀਂ ਚੀਜ਼ ਲੈ ਸਕੇ। ਮੇਰੇ ਤੇ ਇਹਨਾਂ ਸਭ ਗੱਲਾਂ ਦਾ ਬਹੁਤ ਜ਼ਿਆਦਾ ਅਸਰ ਹੋਇਆ। ਮੈਂ ਆਪਣੀ ਮੰਮੀ ਨੂੰ ਬਹੁਤ ਰੋਂਦੇ ਦੇਖਿਆ ਤੇ ਆਪਣੇ ਲਈ ਮੌਤ ਮੰਗਦੇ ਦੇਖਿਆ ਸੀ ਰੱਬ ਕੋਲੋਂ। ਇਹਨਾਂ ਪਾਪਾਂ ਦੀਆਂ ਗਲਤੀਆਂ ਕਰਕੇ ਮੈਂ ਵੀ ਗਲਤ ਰਸਤਾ ਚੁਣ ਲਿਆ ਤੇ ਆਪ ਵੀ ਇਸ ਆਸ਼ਕੀ ਦੇ ਚੱਕਰਾਂ 'ਚ ਪੈ ਗਈ ਤੇ ਘਰਦਿਆਂ ਉਸ ਮੁੰਡੇ ਨਾਲ ਵਿਆਹ ਕਰਵਾਉਣ ਲਈ ਮਜਬੂਰ ਕੀਤਾ। ਮੇਰੇ ਪਾਪਾ ਪਹਿਲ ਬਹੁਤ ਗੁੱਸਾ ਹੋਏ ਕਿਉਂਕਿ ਮੁੰਡਾ ਛੋਟੀ ਜਾਤੀ ਦਾ ਸੀ। ਮੇਰੇ ਪਾਪਾ ਮੰਨ ਨਹੀਂ ਸੀ ਰਹੇ, ਮੇਰੇ ਬਹੁਤ ਕੁੱਟ ਪਈ ਕਿ ਮੁੱਕਰ ਜਾਵਾਂ, ਪਰ ਮੈਂ ਅੜ ਗਈ ਕਿ ਮੈਂ ਉੱਥੇ ਹੀ ਵਿਆਹ ਕਰਵਾਉਣਾ। ਮੇਰੀ ਮੰਮੀ ਨੇ ਮੇਰੇ ਪਾਪਾ ਨੂੰ ਕਿਹਾ ਕਿ ਇਹੋ ਸਭ ਅਸੀਂ ਤੁਹਾਡੀਆਂ ਕੀਤੀਆਂ ਭੁਗਤ ਰਹੇ ਹਾਂ, ਨਾ ਤੁਸੀਂ ਇਦਾਂ ਦੀ ਕੋਈ ਗਲਤੀ ਕਰਦੇ ਤੇ ਨਾ ਅੱਜ ਇਦਾਂ ਸਾਡਾ ਪਰਿਵਾਰ ਤਬਾਹ ਹੁੰਦਾ। ਹੁਣ ਜੋ ਹੁੰਦਾ ਉਸ ਨੂੰ ਭੁਗਤੋ, ਸਾਨੂੰ ਇਹਨਾਂ ਗਲਤੀਆਂ ਲਈ ਜ਼ਿੰਮੇਵਾਰ ਨਾ ਠਹਿਰਾਓ।
ਫਿਰ ਮੇਰਾ ਵੀ ਵਿਆਹ ਹੋ ਗਿਆ। ਮੈਂ ਖੁਸ਼ ਤਾਂ ਸੀ ਪਰ ਦੁਖੀ ਬਹੁਤ ਸੀ ਕਿ ਮੇਰੇ ਪਰਿਵਾਰ ਦਾ ਹੁਣ ਖਿਆਲ ਕੌਣ ਰੱਖੂਗਾ। ਮੇਰੀ ਮੰਮੀ ਤਾਂ ਕੋਈ ਵੀ ਕੰਮ ਨਹੀਂ ਸੀ ਕਰ ਸਕਦੇ। ਮੈਨੂੰ ਜ਼ਿਆਦਾ ਟੈਨਸ਼ਨ ਮੇਰੀ ਆਪਣੀ ਮੰਮੀ ਦੀ ਸੀ। ਫਿਰ ਮੇਰੀ ਮੰਮੀ ਦੀ ਭੈਣ ਜਾਣੀ ਕਿ ਮੇਰੀ ਮਾਸੀ ਨੇ ਆਪਣੀ ਕੁੜੀ ਨੂੰ ਸਾਡੇ ਘਰ ਭੇਜ ਦਿੱਤਾ ਅਤੇ ਹੁਣ ਉਹ ਘਰ ਦਾ ਸਾਰਾ ਕੰਮ ਸਾਂਭ ਲੈਂਦੀ ਸੀ ਅਤੇ ਉਸ ਨੂੰ ਮੇਰੇ ਪਾਪਾ ਨੇ ਆਪਣੇ ਨੇੜੇ ਹੀ ਗਰਲ ਕਾਲਜ ਵਿੱਚ ਪੜ੍ਹਨ ਲਗਾ ਦਿੱਤਾ। ਫਿਰ ਮੇਰੇ ਭਰਾ ਦਾ ਵੀ 2 ਕੁ ਸਾਲ ਬਾਅਦ ਵਿਆਹ ਹੋ ਗਿਆ। ਮੇਰੇ ਭਰਾ ਦੀ ਵਹੁਟੀ ਬਹੁਤ ਚੰਗੀ ਆ। ਮੇਰੀ ਮੰਮੀ ਦਾ ਰੋਟੀ ਪਾਣੀ ਨਹਾਉਣ ਧੋਣ ਤੋਂ ਲੈ ਕੇ ਦਵਾਈ ਤੱਕ ਦਾ ਸਾਰਾ ਖਿਆਲ ਰੱਖਦੀ ਆ। ਮੇਰੇ ਦਿਲ ਨੂੰ ਬਹੁਤ ਸਕੂਨ ਆ। ਮੇਰੀ ਮੰਮੀ ਦਾ ਖਿਆਲ ਤਾਂ ਰੱਖ ਹੁੰਦਾ। ਮੇਰੇ ਪਾਪਾ ਵੀ ਮੇਰੀ ਮੰਮੀ ਦਾ ਬਹੁਤ ਖਿਆਲ ਰੱਖਦੇ ਆ। ਉਹਨਾਂ ਦੀ ਮਾਲਿਸ਼ ਦਵਾਈ ਨਹਾਉਂਦੇ ਤੱਕ ਵੀ ਆ। ਮੰਮੀ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ। ਹੌਲੀ ਹੌਲੀ ਸਭ ਕਰਜ਼ੇ ਵੀ ਉਤਰ ਗਏ ਪਰ ਮੈਂ ਅੱਜ ਵੀ ਇਹੋ ਗਰੰਟੀ ਨਹੀਂ ਲੈਂਦੀ ਕਿ ਮੇਰੇ ਪਾਪਾ ਸੁਧਰ ਗਏ ਹੋਣਗੇ ਜਾਂ ਨਹੀਂ। ਇਹੋ ਤਾਂ ਹੁਣ ਮੇਰੀ ਮੰਮੀ ਨੂੰ ਹੀ ਪਤਾ ਹੋਣਾ। ਜੇਕਰ ਨਾ ਵੀ ਸੁਧਰੇ ਹੋਏ ਤਾਂ ਵੀ ਮੇਰੀ ਮੰਮੀ ਕਹਿੰਦੇ ਆ ਕਿ ਹੁਣ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਮੈਨੂੰ ਨਕਾਰੀ ਨੂੰ ਕਿਸੇ ਨੇ ਕਰਨਾ ਵੀ ਕੀ ਆ। ਮੈਂ ਕਿਹੜਾ ਕੁਝ ਕਰ ਸਕਦੀ ਆ। ਇਹੋ ਗੱਲ ਸੁਣ ਕੇ ਦਿਲ ਅੰਦਰ ਤੱਕ ਚੀਰ ਜਾਂਦਾ। ਕਾਲਜਾ ਮੇਰੇ ਮੂੰਹ ਨੂੰ ਆਉਂਦਾ ਕਿ ਕੀ ਜ਼ਿੰਦਗੀ ਆ ਔਰਤ ਦੀ। ਪਰ ਇਸ ਵਿਆਹ ਤੋਂ ਮਗਰੋਂ ਕੀਤੀ ਇਸ ਆਸ਼ਕੀ ਵਿੱਚ ਕਿਸੇ ਨੂੰ ਕੁਝ ਨਹੀਂ ਮਿਲਿਆ। ਸਭ ਪਰਿਵਾਰ ਦੁੱਖਾਂ 'ਚ ਡੁੱਬ ਗਿਆ। ਜੋ ਔਰਤ ਇੰਨੀ ਤਕੜੀ, ਜਿਸ ਦੇ ਚਿਹਰੇ 'ਤੇ ਇੰਨਾ ਨੂਰ ਸੀ, ਜਿਸ ਨੂੰ ਦੇਖ ਕੇ ਸੂਰਜ ਵੀ ਜਲਦਾ ਸੀ ਅਤੇ ਜਦੋਂ ਉਹ ਚੱਲਦੀ ਸੀ ਧਰਤੀ 'ਤੇ ਤਾਂ ਉਸਦੇ ਕਦਮਾਂ ਦੀ ਆਹਟ ਨਾਲ ਧਰਤੀ ਹਿਲਦੀ ਸੀ। ਇੱਦਾਂ ਲੱਗਦਾ ਹੁੰਦਾ ਸੀ ਕਿ ਉਹ ਤੁਰੀ ਨਹੀਂ ਦੌੜੀ ਜਾ ਰਹੀ ਆ। ਅੱਜ ਉਹ ਹਮੇਸ਼ਾ ਲਈ ਮੰਜੇ 'ਤੇ ਪਈ ਸੀ। ਉਸ ਨੂੰ ਪਾਣੀ ਵੀ ਪੀਣ ਲਈ ਹੋਰ ਨੂੰ ਆਵਾਜ਼ਾਂ ਮਾਰਨੀਆਂ ਪੈਂਦੀਆਂ ਸੀ। ਉਸ ਨੂੰ ਵਾਸ਼ਰੂਮ ਜਾਣ ਲਈ ਦੂਜਿਆਂ ਦੇ ਹੱਥ ਵੱਲ ਵੇਖਣਾ ਪੈਂਦਾ ਸੀ। ਉਸ ਨੂੰ ਕੋਈ ਚੁੱਕੇ ਬਾਥਰੂਮ ਲੈ ਕੇ ਜਾਵੇ। ਉਹ ਆਪਣੇ ਆਪ ਚੱਲ ਵੀ ਨਹੀਂ ਸਕਦੀ ਸੀ, ਸਿਰਫ ਮੰਜੇ 'ਤੇ ਬੈਠੀ ਰਹਿੰਦੀ ਸੀ। ਅੱਜ ਮੇਰਾ ਗਲਾ ਗੱਚ ਹੋ ਗਿਆ ਇਸ ਕਹਾਣੀ ਨੂੰ ਲਿਖਦੇ। ਮੈਂ ਦੱਸ ਨਹੀਂ ਸਕਦੀ ਕਿ ਮੇਰੀ ਮੰਮੀ 'ਤੇ ਕੀ ਬੀਤੀ ਹੋਵੇਗੀ। ਅੱਜ ਜਦੋਂ ਵੀ ਮੈਂ ਆਪਣੇ ਘਰ ਜਾਂਦੀ ਆ ਤਾਂ ਉਹ ਹਮੇਸ਼ਾ ਦੀ ਤਰ੍ਹਾਂ ਇਕੱਲੀ ਮੰਜੇ 'ਤੇ ਪਈ ਹੁੰਦੀ ਆ ਜਾਂ ਬੈਠੀ ਹੁੰਦੀ ਆ। ਮੇਰੇ ਭਰਾ ਆਪਣੇ ਕੰਮਾਂ 'ਤੇ ਗਏ ਹੁੰਦੇ ਆ ਅਤੇ ਭਰਜਾਈਆਂ ਆਪਣੇ ਘਰ ਦੇ ਕੰਮਾਂ 'ਚ ਲੱਗੀਆਂ ਹੁੰਦੀਆਂ ਜਾਂ ਆਪਣੇ ਕਮਰਿਆਂ 'ਚ ਸੁੱਤੀਆਂ ਹੁੰਦੀਆਂ ਅਤੇ ਮੇਰੇ ਮਨ ਵਿੱਚ ਅੱਜ ਵੀ ਇੱਕ ਸਵਾਲ ਆਉਂਦਾ ਕਿ ਪਤਾ ਨਹੀਂ ਮੰਮੀ ਇਕੱਲੀ ਬੈਠੀ ਕੀ ਸੋਚਦੀ ਰਹਿੰਦੀ ਆ। ਪਤਾ ਨਹੀਂ ਮੇਰੀ ਮਾਂ ਕੀ ਸੋਚਦੀ ਰਹਿੰਦੀ ਸਾਰਾ ਦਿਨ। ਗੱਲ ਇਹ ਨਹੀਂ ਕਿ ਉਸ ਦਾ ਖਿਆਲ ਨਹੀਂ ਰੱਖਦਾ ਕੋਈ। ਗੱਲ ਇਹੋ ਆ ਕਿ ਜਦੋਂ ਸਭ ਆਪਣੇ ਕੰਮ 'ਤੇ ਗਏ ਹੁੰਦੇ ਆ ਤਾਂ ਉਹ ਇਕੱਲੀ ਕੀ ਸੋਚਦੀ ਹੋਊਗੀ। ਆਖਰ ਮੇਰੀਆਂ ਭਰਜਾਈਆਂ ਨੂੰ ਵੀ ਪੂਰਾ ਦਿਨ ਮੇਰੀ ਮੰਮੀ ਕੋਲ ਤਾਂ ਨਹੀਂ ਬੈਠੀਆਂ ਰਹਿੰਦੀਆਂ। ਕਈ ਵਾਰ ਮੇਰੀ ਮੰਮੀ ਨੇ ਮੈਨੂੰ ਕਿਹਾ ਕਿ ਮੈਂ ਇਹਨਾਂ ਸਭ 'ਤੇ ਬੋਝ ਆ, ਰੱਬ ਮੈਨੂੰ ਚੁੱਕ ਲਵੇ। ਮੇਰੇ ਕਰਕੇ ਬਾਕੀ ਸਭ ਵੀ ਘਰ ਵਿੱਚ ਬੁਝੇ ਰਹਿੰਦੇ ਆ। ਨਾ ਮੈਂ ਕਿਤੇ ਜਮਾਂ ਤਾਂ ਬੇਚਾਰੀਆਂ ਤੇਰੀਆਂ ਭਰਜਾਈਆਂ ਨੂੰ ਵੀ ਮੇਰੇ ਨਾਲ ਘਰ 'ਚ ਹੀ ਵੱਜਣਾ ਪੈਂਦਾ। ਕਈ ਵਾਰੀ ਜੇਕਰ ਮੇਰੀਆਂ ਭਰਜਾਈਆਂ ਸੁੱਤੀਆਂ ਹੁੰਦੀਆਂ ਤਾਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਂ ਡਰਦੀ ਇਹਨਾਂ ਨੂੰ ਆਵਾਜ਼ ਨਹੀਂ ਮਾਰਦੀ ਕਿ ਇਹਨਾਂ ਦੀ ਨੀਂਦ ਨਾ ਖਰਾਬ ਹੋ ਜਾਵੇ। ਇਹ ਨਾ ਸੋਚਣ ਕਿ ਸਾਡੀ ਸੱਸ ਤੰਗ ਕਰੀ ਰੱਖਦੀ ਆ ਸਾਨੂੰ। ਆਖਰ ਕੀ ਹਾਸਲ ਹੋਇਆ ਇਹਨਾਂ ਨਜਾਇਜ਼ ਰਿਸ਼ਤਿਆਂ 'ਚੋਂ ਜੋ ਸਭ ਖਾ ਪੀ ਕੇ ਚਲੀਆਂ ਗਈਆਂ। ਘਰ ਤੇ ਘਰ ਵਾਲੀ ਮੇਰੇ ਪਾਪਾ ਦੀ ਹੀ ਬਰਬਾਦ ਹੋਈ। ਇਸ ਸਭ ਵਿੱਚ ਮੇਰੀ ਮੰਮੀ ਦਾ ਕੀ ਕਸੂਰ ਸੀ। ਉਹ ਤਾਂ ਇੱਕ ਰੱਬੀ ਰੂਹ ਸੀ, ਪਤੀਵ੍ਰਤਾ ਔਰਤ ਸੀ। ਲੋਕੀ ਕਹਿੰਦੇ ਆ ਕਿ ਪਤੀ ਪਰਮੇਸ਼ਵਰ ਆ ਤਾਂ ਇੱਥੇ ਪਤੀ ਕੀ ਸੀ। ਪਤੀ ਤਾਂ ਪਤੀ ਬਣ ਹੀ ਜਾਵੇ, ਇੰਨਾ ਹੀ ਬਹੁਤ ਆ। ਜਦੋਂ ਕੋਈ ਇੱਦਾਂ ਦੀ ਗੱਲ ਹੁੰਦੀ ਆ ਤਾਂ ਫਿਰ ਔਰਤਾਂ ਦੇ ਪੱਖ 'ਚ ਕੋਈ ਨਹੀਂ ਕੁਝ ਆਉਂਦਾ ਕਿਉਂਕਿ ਹਰ ਔਰਤ ਨੂੰ ਹੀ ਕੁਰਬਾਨੀ ਦੇਣੀ ਪੈਂਦੀ ਆ। ਇਸ ਲਈ ਮੈਂ ਅਖੀਰ ਵਿੱਚ ਇਹੀ ਕਹਿਣਾ ਚਾਹੁੰਦੀ ਹਾਂ ਕਿ ਚਾਹੇ ਪਤੀ ਹੋਵੇ ਜਾਂ ਪਤਨੀ, ਸਭ ਨੂੰ ਇੱਕੋ ਵਾਰੀ ਇਹੋ ਜਿਹੇ ਨਜਾਇਜ਼ ਰਿਸ਼ਤਿਆਂ ਤੋਂ ਜੋੜਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਕਿ ਇਹਨਾਂ ਨਾਲ ਉਹਨਾਂ ਨੂੰ ਇਹੋ ਜਿਹਾ ਕਿਹੜਾ ਸਕੂਨ ਜਾਂ ਦੌਲਤ ਮਿਲ ਜਾਣੀ ਆ ਜੋ ਉਹਨਾਂ ਨੂੰ ਆਪਣੀ ਪਤਨੀ ਜਾਂ ਪਤੀ ਤੋਂ ਨਹੀਂ ਮਿਲ ਸਕਦੀ। ਆਖਰ ਵਿੱਚ ਉਸ ਪਤੀ ਜਾਂ ਪਤਨੀ ਦਾ ਕੀ ਕਸੂਰ ਹੁੰਦਾ ਜੋ ਤੁਹਾਡੇ 'ਤੇ ਇੰਨਾ ਵਿਸ਼ਵਾਸ ਕਰਦਾ ਅਤੇ ਉਹਨਾਂ ਬੱਚਿਆਂ ਦਾ ਜਿਨ੍ਹਾਂ ਦੇ ਸੁਪਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੁੱਟ ਜਾਂਦੇ ਆ। ਇਸ ਲਈ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਗਲਤ ਕੰਮਾਂ 'ਚ ਨਾ ਪਵੋ। ਕੁਝ ਨਹੀਂ ਰੱਖਿਆ ਇਹਨਾਂ ਕੰਮਾਂ ਵਿੱਚ ਸਿਵਾਏ ਬਦਨਾਮੀ ਅਤੇ ਬਰਬਾਦੀ ਤੋਂ। ਸੋ ਦੋਸਤੋ, ਤੁਸੀਂ ਵੀ ਆਪਣੀ ਕੋਈ ਅਜਿਹੀ ਕਹਾਣੀ ਸਾਡੇ ਚੈਨਲ 'ਤੇ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਬਾਇਓ ਵਿੱਚ ਲਿੰਕ ਦਿੱਤਾ ਗਿਆ ਇੰਸਟਾਗ੍ਰਾਮ ID ਦਾ, ਉਸ 'ਤੇ ਜਾ ਕੇ ਤੁਸੀਂ DM ਕਰ ਸਕਦੇ ਹੋ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।